अकाल मूरत आजुनी सैभं गुर प्रसाद। एक ओंकार सतनाम करता पुरख निरभउ निर्वैर। अकाल मूरत अजुनी सैभं गुर प्रसाद। एक ओंकार सतनाम करता पुरख निरभउ निर्वैर। अकाल मूरत अजुनी सैभं गुर प्रसाद। राम कली महला पंजवा। राम नाम गुण गाए ले मीता। हर सिमरत तेरी लाज रहे। हर सिमरत जम कछ न कहे। राम नाम गुण गाए ले मीता। हर सिमरत तेरी लाज रहे। हर सिमरत जम कछ न कहे। रहाओ तेरे काज ना गृह राजमाल। तेरे काज ना बिखे जंजाल। इष्ट मीत जान सब सलै। हर हर नाम संग तेरे चले। राम नाम गुण गाए ले मीता। हर सिमरत तेरी लाज रहे। हर सिमरत जम कछ न कहे। हर सिमरत तेरी लाज रहे। हर बिन हर सगल नरारथ काम। सोना रूपा माटी दाम। गुर का शब्द जाप मन सुखा। इहाँ उहाँ तेरा उज्जवल मुखा। राम नाम गुण गाए ले मीता। हर सिमरत तेरी लाज रहे। हर सिमरत जम कछ न कहे। हर सिमरत जम कछ न कहे। कर कर ठाके वडे वडेरे। किन्ही ना किए काज माया पूरे। हर हर नाम जपे जन कोय। ताकि आसा पूर्ण होए। हर हर नाम जपे जन कोय। ताकि आसा पूर्ण होए। राम नाम गुण गाए ले मीता। हर सिमरत तेरी लाज रहे। हर सिमरत जम कछ न कहे। हर सिमरत तेरी लाज रहे। हर सिमरत जम कछ न कहे। हर भगतन को नाम आधार। हर संति जीता जन्म अपार। हर भगतन को नाम आधार। संति जीता जन्म अपार। हर संत करें सोई परवान। नानक दास ताकै कुर्बान। हर संत करें सोई परवान। नानक दास ताके कुर्बान। राम नाम गुण गाए ले मीता। राम नाम गुण गाए ले मीता। हर सिमरत तेरी लाज रहे। हर सिमरत जम कछ न कहे। हर सिमरत तेरी लाज रहे। हर सिमरत जम कछ न कहे। वाहे गुरु वाहे गुरु वाहे गुरु वाहे गुरु वाह गुरु वाह गुरु वाह गुरु वाह जियो। वाहे गुरु वाहे गुरु वाहे गुरु वाहे जियो। वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी की फतेह।
ਅੱਜ ਅਸੀਂ ਜਪਜੀ ਦੇ 34ਵੀਂ ਪੌੜੀ ਦੇ ਪੜਾਅ ਤੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ, ਉਹਦਾ ਰਸਤਾ, ਉਪਾਅ, ਤਰੀਕਾ ਲੱਭਦੇ ਸਮਝਦੇ ਮਾਲਕ ਦੀ ਰਹਿਮਤ ਦੇ ਨਾਲ ਅਖੀਰਲੇ ਪਾਠ ਤੇ ਆ ਗਏ ਹਾਂ, ਜਿੱਥੇ ਇਹਨੂੰ ਖੰਡਾਂ ਦੀ ਬਾਣੀ ਵੀ ਕਹਿੰਦੇ ਆ ਤੇ ਸਟੇਜਸ, ਰੈਲਮਸ, ਬੜੇ ਸਾਰੇ ਨਾਮ ਦੇ ਨਾਲ ਇਹਨੂੰ ਜਾਣਿਆ ਜਾਂਦਾ ਹੈ। ਪਹਿਲੇ ਪਾਠ ਕਰਦੇ ਹਾਂ ਪਿਆਰ ਦੇ ਨਾਲ ਤੇ ਫਿਰ ਅਕਾਰ ਸਿੰਘ ਜੀ ਸ਼ੁਰੂ ਕਰਨਗੇ। ਵਾਹਿਗੁਰੂ ਜੀ ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿਥੈ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨੀਸਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਪੈ ਜਾਏ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਾਰ ਸਿੰਘ ਜੀ। ਹਾਂਜੀ, ਥੈਂਕ ਯੂ। ਇਸ ਪੈਰਾਗ੍ਰਾਫ ਵਿੱਚ ਜਿਹੜਾ ਸ਼ਬਦ ਧਰਮਸਾਲ ਆਇਆ ਵਾ, ਇਹ ਕਾਫੀ ਧਿਆਨ ਮੰਗਦਾ ਵਾ ਕਿ ਅਸਲ ਧਰਮਸਾਲ ਕੀ ਹੈ। ਹੁਣ ਗੁਰੂ ਸਾਹਿਬ ਨੇ ਨਾ ਏਦਾਂ ਲੱਗਦਾ ਵੀ ਇੱਕ ਇਹੋ ਜਿਹਾ ਪਰਪੰਚ ਖੜਾ ਕੀਤਾ ਵਾ ਇਸ ਸੰਸਾਰ ਦੇ ਵਿੱਚ, ਤੇ ਇਹ ਸਾਰਾ ਕੁਝ ਜਿਹੜਾ ਨਾ ਇੱਕ ਕਿਸਮ ਦੀ ਧਰਮਸਾਲ ਹੈ। ਇਸ ਲਾਈਕ ਐਗਜ਼ਾਮੀਨੇਸ਼ਨ ਹਾਲ, ਜਿੱਦਾਂ ਬੱਚੇ ਪਹਿਲਾਂ ਪੜ੍ਹਦੇ ਨੇ ਫਿਰ ਉਹ ਪ੍ਰੈਕਟਿਸ ਕਰਦੇ ਨੇ ਕੀ ਪੜ੍ਹਿਆ, ਤੇ ਫਿਰ ਉਹਨਾਂ ਦਾ ਟੈਸਟ ਹੁੰਦਾ ਵਾ, ਤੇ ਜਿਹੜੇ ਬੱਚੇ ਅੱਵਲ ਦਰਜੇ ਆਉਂਦੇ ਨੇ ਫਿਰ ਉਹਨਾਂ ਨੂੰ ਡੈਕੋਰੇਟ ਕੀਤਾ ਜਾਂਦਾ। ਮੈਨੂੰ ਇਹ ਗੱਲ ਸਮਝ ਵਿੱਚ ਆਈ ਆ ਵੀ ਇਹ ਨੈਚੁਰਲ ਫੈਨਾਮਨਾ ਵਾ, ਇਹਦੇ ਵਿੱਚ ਜਿਹੜੇ ਜੀਆਂ ਦੀ ਧਰਮ ਕਮਾਉਣ ਦੀ ਜਿਹੜਾ ਪਲੇਟਫਾਰਮ ਆ ਉਹ ਸੱਚੇ ਪਾਤਸ਼ਾਹ ਨੇ ਸੈੱਟ ਕੀਤਾ। ਤੇ ਗੁਰੂ ਸਾਹਿਬ ਕਹਿੰਦੇ ਵੀ ਇਸ ਫੈਨਾਮਨੇ ਦੇ ਵਿੱਚ ਕੀ ਆ, ਰਾਤਾਂ ਵਾ, ਰੁੱਤਾਂ ਵਾ, ਥਿੱਤੀਆਂ ਨੇ, ਵਾਰ ਆ, ਹੋਰ ਕੀ ਇਹਦੇ ਵਿੱਚ ਪਵਨ ਪਾਣੀ ਅਗਨੀ ਪਤਾਲ, ਅਗਨੀ ਦਾ ਭਾਵ ਤੇ ਸੂਰਜ ਹੀ ਹੋਏਗਾ, ਪਤਾਲ ਧਰਤੀ ਤੇ ਥੱਲੇ ਹੋਰ ਧਰਤੀ,
ਤੇ ਸਾਰੇ ਸੰਦਰਭ ਦੇ ਵਿੱਚ ਪਾਤਸ਼ਾਹ ਨੇ ਇਹ ਧਰਤੀ ਨੂੰ ਟਿਕਾ ਦਿੱਤਾ ਤੇ ਇੱਕ ਕਿਸਮ ਦਾ ਸਕੂਲ ਐਸਟੈਬਲਿਸ਼ ਕਰ ਦਿੱਤਾ, ਜਿਹਦੇ ਵਿੱਚ ਜੀਵਾਂ ਨੇ ਇੱਥੇ ਆ ਕੇ ਆਪਣਾ ਸੁਚੱਜਾ ਜੀਵਨ ਜੀਣ ਦੀ ਜਿਹੜੀ ਸਿੱਖਿਆ ਵਾ ਉਹ ਇਹਨੇ ਪ੍ਰਾਪਤ ਕਰਨੀ ਹੈ। ਤੇ ਇਸ ਵਿੱਚ ਉਹਦੇ ਵਿੱਚ ਨੇਕਾਂ ਕਿਸਮ ਦੇ ਜੀਅ ਨੇ, ਉਹਨਾਂ ਦਾ ਨੇਕਾਂ ਹੀ ਕਿਸਮ ਦੇ ਰੰਗ ਨੇ, ਤੇ ਉਹ ਨੇਕਾਂ ਹੀ ਕਿਸਮ ਦੀਆਂ ਵਿਧੀਆਂ ਦੇ ਨਾਲ ਜੀਵਨ ਜੀਂਦੇ ਨੇ। ਤੇ ਉਹਨਾਂ ਦੇ ਨਾਮ ਕਿੰਨੇ ਨੇ ਉਹਨਾਂ ਸਪੀਸੀਜ਼ ਦੇ, ਉਹ ਜਿਹੜੇ ਆ ਉਹ ਲਿਖੇ ਮਿਣੇ ਤੇ ਗਿਣੇ ਨਹੀਂ ਜਾ ਸਕਦੇ। ਹੁਣ ਇਸ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਕਰਮੀ ਹੋਏ ਵਿਚਾਰ। ਇੱਥੇ ਵੇਖਿਆ ਜਾਏਗਾ ਕਿ ਇਹ ਜਿਹੜੇ ਵਿਦਿਆਰਥੀ ਨੇ ਸੰਸਾਰ ਦੇ ਵਿੱਚ ਜੀਵਨ ਜੀ ਰਹੇ ਨੇ, ਮਨੁੱਖ ਖਾਸ ਕਰਕੇ, ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਹੋਏਗਾ ਤੇ ਇਹ ਵਿਚਾਰ ਕੀਤੀ ਜਾਏਗੀ ਕਿ ਇਹਨਾਂ ਵਿੱਚੋਂ ਸੁਚੱਜਾ ਮਨੁੱਖ ਕਿਹੜਾ ਵਾ, ਕਿਹੜੇ ਮਨੁੱਖ ਨੇ ਸੁਚੱਜਾ ਜੀਵਨ ਜੀਤਾ, ਕਿਹੜੇ ਮਨੁੱਖ ਨੇ ਗੁਰਮਤਿ ਗ੍ਰਹਿਣ ਕਰਕੇ ਤੇ ਗੁਰੂ ਦੇ ਉਪਦੇਸ਼ ਤੇ ਚੱਲ ਕੇ ਤੇ ਆਤਮਿਕ ਬੁਲੰਦੀਆਂ ਨੂੰ ਛੂਹਿਆ ਵਾ, ਭਾਵ ਉਹਨੇ ਆਪਣਾ ਆਪ ਪਰਮਾਤਮਾ ਦੇ ਅਰਪਣ ਕਰਕੇ ਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਸੱਚਾ ਆਪ ਸੱਚਾ ਦਰਬਾਰ, ਜਿੱਥੇ ਟੈਸਟਿੰਗ ਲੈਂਡ ਆ, ਜਿੱਥੇ ਐਗਜ਼ਾਮੀਨੇਸ਼ਨ ਆ ਹੋਣਾ, ਉਹ ਮਨੁੱਖ ਦੇ ਅੰਦਰ ਹੀ ਆ। ਤੇ ਉਹ ਜਿਹੜਾ ਦਰਬਾਰ ਆ, ਜਿਹੜਾ ਐਗਜ਼ਾਮੀਨੇਸ਼ਨ ਰੂਪ ਆ, ਉਹ ਜਿਹੜਾ ਹਾਲ ਆ, ਉਹ ਸੱਚਾ ਵਾ, ਉਹ ਟਰੂਥਫੁਲ ਆ, ਉਹਨੂੰ ਝੁਠਲਾਇਆ ਨਹੀਂ ਜਾ ਸਕਦਾ। ਉੱਥੇ ਹਰ ਜਿਹੜੀ ਸੱਚੀ ਚੀਜ਼ ਆ ਉਹਦੀ ਵੈਲਿਊ ਹੋਣੀ ਆ। ਤੇ ਸੱਚਾ ਪਾਤਸ਼ਾਹ ਆਪ ਵੀ ਸੱਚਾ ਵਾ, ਤੇ ਉਹ ਜਿਹੜੇ ਦਰਬਾਰ ਤੇ ਬਹਿ ਕੇ ਕਰਮੀ ਵਿਚਾਰ ਕਰਦਾ ਵਾ, ਉਹ ਵੀ ਸੱਚਾ ਵਾ। ਤੇ ਉਸ ਦਰਬਾਰ ਦੇ ਵਿੱਚ ਉਹ ਜਿਹੜੇ ਲੋਕ ਨੇ, ਜਿਹੜੇ ਪੰਚ ਨੇ, ਜਿਹੜੇ ਸਰਮੂਰ ਨੇ, ਜਿਨ੍ਹਾਂ ਨੇ ਪੰਚਾਂ ਕਾ ਗੁਰ ਏਕ ਧਿਆਨ ਹੋ ਗਿਆ, ਜਿਨ੍ਹਾਂ ਨੇ ਜਪਜੀ ਸਾਹਿਬ ਦੀਆਂ 4 ਮੰਨਣੇ ਵਾਲੀਆਂ ਪੌੜੀਆਂ, 4 ਸੁਣਨੇ ਵਾਲੀਆਂ ਪੌੜੀਆਂ, ਤੇ ਉਹ ਤੋਂ ਪਹਿਲੇ ਜਿਹੜੀਆਂ 8 ਪੌੜੀਆਂ ਨੇ, ਉਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਹਿਰਦੇ ਵਿੱਚ ਵਸਾ ਲਿਆ ਵਾ, ਤੇ ਉਹਦੇ ਮੁਤਾਬਕ ਆਪਣਾ ਜਿਹੜਾ ਸੁਭਾਵਿਕ ਜੀਵਨ ਆ, ਉਹਦੇ ਮੁਤਾਬਕ ਉਹ ਜੀਣਾ ਸ਼ੁਰੂ ਕਰਦਾ ਵਾ। ਤੇ ਉੱਥੇ ਉਹ ਮਨੁੱਖ ਜਿਹੜਾ ਵਾ ਉਹ ਪੰਚ ਆ, ਤੇ ਪੰਚਾਂ ਕਾ ਗੁਰੂ ਏਕ ਧਿਆਨ, ਉਹ ਮਨੁੱਖ ਟੋਟਲੀ ਫੋਕਸ ਆ ਗੁਰੂ ਤੇ। ਤੇ ਜਿੱਥੇ ਸੁਣ ਪੰਜ ਪ੍ਰਵਾਨ, ਉੱਥੇ ਉਹ ਮਨੁੱਖ ਜਿਹੜੇ ਨੇ ਉਹ ਸੋਹਣੇ ਲੱਗਦੇ ਨੇ, ਉਹਨਾਂ ਨੂੰ ਪ੍ਰਵਾਨ ਕੀਤਾ ਜਾਂਦਾ ਕਿ ਵਾਹ ਵਾਹ ਵੀ ਤੁਹਾਡੀ ਕਮਾਈ ਜਿਹੜੀ ਆ ਕਾਬਲੇ ਲੈ ਕੇ ਆ। ਅੱਛਾ, ਫਿਰ ਨਦਰੀ ਕਰਮ ਪਵੇ ਨਿਸ਼ਾਨ, ਉਹਨਾਂ ਮਨੁੱਖਾਂ ਨੂੰ ਸੱਚੇ ਪਾਤਸ਼ਾਹ ਦੀ ਬਖਸ਼ ਦੇ ਨਾਲ ਉਹਨਾਂ ਤੇ ਹਿਰਦੇ ਵਿੱਚ ਜਾਂ ਮੱਥੇ ਤੇ ਇੱਕ ਨਿਸ਼ਾਨੀ ਦਿੱਤੀ ਜਾਂਦੀ ਆ, ਇੱਕ ਡੈਕੋਰੇਸ਼ਨ ਰੂਪੀ ਮੈਡਲ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਬਖਸ਼ ਦੇ ਰੂਪ ਵਿੱਚ, ਕਿ ਇਹ ਜਿਹੜੇ ਮਨੁੱਖ ਸਨ ਇਹ ਪੂਰੇ ਉਤਰੇ ਨੇ ਜੀਵਨ ਜੀਣ ਦੇ ਵਿੱਚ। ਤੇ ਕੱਚ ਪਕਾਈ ਉੱਥੇ ਪਾਏ ਨਾਨਕ ਕਹਿਆ ਜਾਪੇ ਜਾਏ, ਉਸੇ ਹੀ ਦਰਬਾਰ ਦੇ ਵਿੱਚ ਜਿੱਥੇ ਕਰਮੀ ਵਿਚਾਰ ਹੋ ਰਿਹਾ ਵਾ, ਉੱਥੇ ਹੀ ਕੱਚੇ ਤੇ ਪੱਕੇ ਦੀ ਵੀ ਵੈਲਿਊ ਕੀਤੀ ਜਾਏਗੀ। ਉਹਨਾਂ ਨੂੰ ਮਿਣਿਆ ਤੋਲਿਆ ਜਾਏਗਾ ਕਿ ਉਹ ਕਿੰਨੇ ਕੁ ਪਾਏਦਾਰੀ ਦੇ ਮਨੁੱਖ ਹਨ। ਤੇ ਹੇ ਨਾਨਕ, ਜਦੋਂ ਮਨੁੱਖ ਉੱਥੇ ਕੋਈ ਪਹੁੰਚੇਗਾ, ਉਸ ਅਵਸਥਾ ਦੇ ਵਿੱਚ, ਉਸ ਦਰਬਾਰ ਦੇ ਵਿੱਚ, ਉਸ ਸੱਚੇ ਪਾਤਸ਼ਾਹ ਦਰਬਾਰ ਵਿੱਚ ਪਹੁੰਚੇਗਾ, ਤੇ ਫਿਰ ਹੀ ਪਤਾ ਲੱਗੇਗਾ ਕਿ ਉਹਦੀ ਕਿੰਨੀ ਕੁ ਵੈਲਿਊ ਆ, ਉਹਨੇ ਸੰਸਾਰ ਵਿੱਚ, ਇਸ ਧਰਮਸਾਲ ਵਿੱਚ ਕੀ ਕਮਾਇਆ ਤੇ ਕਿੱਦਾਂ ਉਹਨੇ ਜੀਵਨ ਜੀਤਾ। ਹਾਂਜੀ, ਖਾਲਸਾ ਵਾਹਿਗੁਰੂ। ਇਹ ਜਿਸ ਤਰ੍ਹਾਂ ਕਿ ਵੀਰ ਜੀਆਂ ਨੇ ਗੱਲ ਕੀਤੀ ਵੀ ਧਰਮਸ਼ਾਲ ਸਾਡਾ ਪੁਰਾਤਨ ਲਫ਼ਜ਼ ਹੈ, ਧਾਰਮਿਕ ਤੇ ਸੁਸਾਇਟੀ ਦੇ ਵਿੱਚ ਬਹੁਤ ਲਫ਼ਜ਼ ਪੁਰਾਣਾ ਹੈ। ਇਹਦਾ ਜਦੋਂ ਅਸੀਂ
महान कोशी अर्थ देखिए ते एक मिनट जी मैनू ਕੱਢਣਾ ਪਊ ਤੇ ਉਹਦੇ ਵਿੱਚ ਆਉਂਦਾ ਧਰਮ ਕਮਾਉਣ ਦੀ ਥਾਂ ਧਰਮ ਮੰਦਰ ਬਿਨਾਂ ਕਿਰਾਇਆ ਲੈਣ ਦੇ ਜਿਸ ਮਕਾਨ ਵਿੱਚ ਮੁਸਾਫਰਾਂ ਨੂੰ ਨਿਵਾਸ ਦਿੱਤਾ ਜਾਏ that was old times ਸਿੱਖਾਂ ਦਾ ਧਰਮ ਅਸਥਾਨ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਵੇ ਅਤਿਥੀ ਨੂੰ ਨਿਵਾਸ ਤੇ ਅੰਨ ਮਿਲੇ ਵਿਦਿਆ ਸਿਖਾਈ ਜਾਵੇ ਇਹ ਸਾਰੇ ਨਿਸ਼ਾਨੀਆਂ ਸੀਗੀਆਂ ਧਰਮਸਾਲ ਦੀਆਂ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿਦਾ ਭਾਲ ਕੇ ਮੋਹੇ ਨਿਰਗੁਣ ਦਿਚੈ ਥਾਂ ਸੰਤ ਧਰਮਸ਼ਾਲੀ ਹੈ ਧਰਮ ਕਮਾਉਣ ਦੀ ਥਾਂ ਜਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਇਹ ਸਾਰੇ ਇਹਦੇ ਪਰਾਇਵਾਚੀ ਨੇ ਇੱਕ ਦੋ ਅਸੀਂ ਸੋਚੀਏ ਸਚਿਆਰ ਬਣਦੇ ਬਣਦੇ ਹੁਣ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਰਾਤੀ ਰੁੱਤੀ ਥਿੱਤੀ ਪਾਰ ਸਾਰਾ ਕੁਝ ਸਮਝਦੇ ਬੁੱਝ ਕੇ ਜਦੋਂ ਅਸੀਂ ਗਾਂ ਤੱਕ ਪਹੁੰਚੇ ਤੇ ਜੋਗੀਆਂ ਦੇ ਨਾਲ ਗੱਲਬਾਤ ਸਾਨੂੰ ਸਾਡਾ ਰਸਤਾ ਨਿਖੜ ਕੇ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਤੇ ਹੁਣ ਪਾਤਸ਼ਾਹ ਇੱਥੇ ਆ ਕੇ ਕਹਿੰਦੇ ਵੀ ਜੇ ਮੈਂ ਇਮੇਜਿਨ ਕਰਾਂ ਕਿ ਮੈਂ ਸੁੱਤਾ ਪਿਆ ਨੀਂਦਰ ਚ ਤੇ ਜਿਸ ਤਰ੍ਹਾਂ ਅਸੀਂ ਛੋਟੇ ਹੁੰਦਿਆਂ ਸ਼ਰਾਰਤਾਂ ਕਰਦੇ ਸੀ ਕਿ ਕੋਈ ਗੂੜੀ ਨੀਂਦ ਸੁੱਤਾ ਹੁੰਦਾ ਸੀ ਤੇ ਉਹਦੀ ਮੰਜੀ ਨੂੰ ਚੁੱਕ ਕੇ ਮੰਜੀ ਤੇ ਸੁੱਤਾ ਹੁੰਦਾ ਸੀ ਮਹੱਲਿਆਂ ਚ ਤੇ ਉਹਦੀ ਮੰਜੀ ਨੂੰ ਚੁੱਕ ਕੇ ਤੇ ਕਿਸੇ ਹੋਰ ਥਾਂ ਤੇ ਜਾ ਕੇ ਨਾ ਰੱਖ ਆਈਦਾ ਸੀ ਤੇ ਉਹ ਬੰਦਾ ਉੱਠਦਾ ਸੀ ਕਹਿੰਦਾ ਸੀ ਹੈ ਮੈਂ ਕਿੱਥੇ ਆ ਗਿਆ ਸੋ ਇੱਕ ਸਕਿੰਟ ਲਈ ਉਹ ਘਬਰਾਹਟ ਜਾਂ ਹੈਰਾਨਗੀ ਜਦ ਤੱਕ ਉਹਨੇ ਆਪਣੇ ਆਪ ਨੂੰ ਅਕੁਐਂਟ ਕਰਨਾ ਹੈ ਤੇ ਅਸੀਂ ਉਦਾਂ ਦੀ ਕੈਫੀਅਤ ਸਮਝੀਏ ਭਈ ਅਸੀਂ ਅੱਖਾਂ ਖੋਲੀਆਂ ਨੇ ਸਪਿਰਿਚੁਅਲ ਐਨਵਾਇਰਨਮੈਂਟ ਚ ਤੇ ਮਾਲਕ ਸਾਨੂੰ ਕੀ ਦਿਖਾ ਰਹੇ ਨੇ ਕਹਿੰਦੇ ਦੇਖ ਪੁੱਤਰ ਰਾਤਾਂ ਰੁੱਤਾਂ ਆਲਾ ਦੁਆਲਾ ਦੇਖ ਕੀ ਹੋ ਰਿਹਾ ਇੱਥੇ ਰਾਤਾਂ ਰੁੱਤਾਂ ਥਿੱਤਾਂ ਵਾਰਾਂ ਇਹਨਾਂ ਦੇ ਵਿੱਚ ਪੌਣ ਪਾਣੀ ਅਗਨੀ ਪਤਾਲ ਐਨਵਾਇਰਨਮੈਂਟ ਹਵਾ ਪਾਣੀ ਇਹ ਸਾਰੀ ਸਾਡੇ ਆਲੇ ਦੁਆਲੇ ਹੈ ਹਵਾ ਚੱਲਦੀ ਪਈ ਹੈ ਪਾਣੀ ਹੈਗਾ ਅੱਗ ਹੈਗੀ ਹੈ ਪਤਾਲ ਦੀਆਂ ਗੱਲਾਂ ਕਰਦੇ ਆਕਾਸ਼ ਦੀਆਂ ਗੱਲਾਂ ਕਰਦੇ ਰਾਤ ਹੁੰਦਾ ਦਿਨ ਹੁੰਦਾ ਰੁੱਤਾਂ ਆਉਂਦੀਆਂ ਪਈਆਂ ਜਾਂਦੀਆਂ ਪਈਆਂ ਇਸ ਐਨਵਾਇਰਨਮੈਂਟ ਦੇ ਵਿੱਚ ਮਾਲਕ ਜੀ ਕਹਿੰਦੇ ਇਸ ਵਿੱਚ ਇਸ ਆਲੇ ਦੁਆਲੇ ਚ ਧਰਤੀ ਥਾਪ ਰੱਖੀ ਧਰਮਸ਼ਾਲ ਮਾਲਕ ਨੇ ਇਸ ਐਨਵਾਇਰਨਮੈਂਟ ਚ ਜਿੱਥੇ ਕੁਦਰਤ ਹੈ ਉਹਦੇ ਵਿੱਚ ਧਰਤੀ ਬਣਾ ਦਿੱਤੀ ਹੈ ਹੁਣ ਮੈਂ ਆਪਣੀਆਂ ਅੱਖਾਂ ਖੋਲ ਕੇ ਦੇਖਾਂ ਤੁਸੀਂ ਆਪਣੀਆਂ ਖੋਲ ਕੇ ਦੇਖੋ ਕਿ ਅਸੀਂ ਕਿੰਨੀ ਵਾਰੀ ਏਦਾਂ ਮਹਿਸੂਸ ਕਰਦੇ ਹਾਂ ਜਦੋਂ ਸਵੇਰੇ ਉੱਠਦੇ ਹਾਂ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਮਸ਼ਾਲ ਧਰਮਸਾਲ ਇੱਕੋ ਗੱਲ ਹੈ ਮੈਂ ਸੋਚਾਂ ਮੈਨੂੰ ਤੇ ਬਿਲਕੁਲ ਨਹੀਂ ਪਤਾ ਮੈਂ ਤਾਂ ਨਹੀਂ ਕਦੀ ਏਦਾਂ ਦੇਖਦਾ ਮਾਰੋ ਮਾਰ ਕਰਦੇ ਮੰਜੇ ਤੇ ਪੈਨੇ ਆ ਤੇ ਫਿਰ ਸਵੇਰੇ ਉੱਠਦੇ ਆ ਤੇ ਮਾਰੋ ਮਾਰ ਲਈ ਤਿਆਰ ਹੋਣਾ ਹੁੰਦਾ ਇਹ ਐਨਵਾਇਰਨਮੈਂਟ ਦੇਖਣ ਦਾ ਸਾਡੇ ਕੋਲ ਸਮਾਂ ਹੀ ਨਹੀਂ
ਉਹ ਐਨਵਾਇਰਨਮੈਂਟ ਦੇਖਣ ਦਾ ਜਿੱਦਾਂ ਇੱਕ ਬੱਚਾ ਜਵਾਕ ਜਿਹਨੂੰ ਹਾਲੇ ਪਛਾਣ ਨਹੀਂ ਹੁੰਦੀ ਸ਼ਕਲਾਂ ਦੀ, ਕੁਝ ਕੁ ਹਫ਼ਤੇ ਨਵੇਂ ਜੰਮੇ ਦੀ, ਤੇ ਉਹ ਚਾਰੇ ਪਾਸੇ ਏਦਾਂ ਦੇਖਦਾ ਹੈ ਐਕੁਇੰਟੈਂਸ ਦੇ ਨਜ਼ਰੀਏ ਦੇ ਨਾਲ। ਮਨੋਵਿਗਿਆਨੀ ਕਹਿੰਦੇ ਨੇ ਕਿ ਆਪਣੀ ਜਾਣ ਪਛਾਣ ਕਰ ਰਿਹਾ ਹੁੰਦਾ ਹੈ ਉਹਦਾ। ਤੇ ਮੈਂ ਹੈਰਾਨ ਹੁੰਨਾ ਵੀ ਅਸੀਂ ਤੇ ਨਹੀਂ ਕਦੀ ਕੀਤਾ। ਪਰ ਰਿਗਾਰਡਲੈਸ ਮਾਲਕ ਸਾਨੂੰ ਸਮਝਾ ਰਹੇ ਨੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ। ਹੁਣ ਧਰਮਸ਼ਾਲ ਦੇ ਵਿੱਚ ਇੱਕ ਖਾਸੀਅਤ ਜਿਹੜੀ ਹੈ ਉਹਨੂੰ ਥੋੜਾ ਜਿਹਾ ਸਮਝੀਏ। ਇੱਕ ਤੇ ਹੈਗਾ ਧਰਮ ਕਮਾਉਣ ਦੀ ਥਾਂ, ਇੱਕ ਹੈ ਕੀ ਹੈ ਪਾਠਸ਼ਾਲਾ ਸਕੂਲ, ਇੱਕ ਹੈਗਾ ਇਹਦਾ ਮੁਸਾਫਰਖਾਨਾ ਜਿਹੜਾ ਪੁਰਾਤਨ ਸਮਿਆਂ ਦੇ ਵਿੱਚ ਸੀਗਾ, ਰੈਸਟ ਹਾਊਸ, ਗੈਸਟ ਹਾਊਸ। ਕਈ ਵਾਰੀ ਪੈਸੇ ਦੇ ਕੇ ਉੱਥੇ ਰਹੀਦਾ ਸੀ, ਸਰਾਂ ਜਿਹਨੂੰ ਕਹਿੰਦੇ ਸਨ। ਅੱਜ ਕੱਲ ਤੇ ਸਰਾਵਾਂ ਦਾ ਸਟੈਂਡਰਡ ਵੀ ਬਦਲ ਗਿਆ। ਪਰ ਗੁਰੂ ਸਾਹਿਬ ਦੇ ਵੇਲੇ, ਗੁਰੂ ਨਾਨਕ ਸਾਹਿਬ ਦੇ ਵੇਲੇ ਜਿਹੜਾ ਵੀ ਸਿੱਖ ਬਣਿਆ ਉਹਨੂੰ ਗੁਰੂ ਸਾਹਿਬ ਨੇ ਇਹੀ ਹੁਕਮ ਕੀਤਾ ਕਿ ਤੂੰ ਧਰਮਸ਼ਾਲ ਬਣਾ। ਜੇ ਸੱਜਣ ਨੂੰ ਕਿਹਾ, ਜੇ ਮਨਮੁਖ ਨੂੰ ਕਿਹਾ, ਮਨਸੁਖ ਨੂੰ, ਭਾਈ ਮਨਸੁਖ ਜੀ। ਉੱਥੇ ਇੱਕ ਖਾਸੀਅਤ ਕੀ ਹੁੰਦੀ ਹੈ, ਗੁਰੂ ਸਾਹਿਬ ਨੇ ਇਹ ਲਫ਼ਜ਼ ਇੱਥੇ ਵਰਤਿਆ, ਇਹਦੇ ਪਿੱਛੇ ਕੋਈ ਕਾਰਨ ਹੋਏਗਾ। ਨਹੀਂ ਤੇ ਕਈ ਵਾਰੀ ਛੋਪਲੇ ਜਿਹੀ ਗੱਲ ਕੀਤੀ ਹੋਈ, ਗੋਲ ਜਿਹੀ, ਵੀ ਜਹਾਂ ਜਾਣਾ ਤਾਂ ਥਾਨ ਵਿਸਾਰਿਓ, ਹੋ ਛੇ ਰਸ ਲਪਟਾਇਓ, ਇਹ ਜੱਗ, ਇਹੋ ਜਿਹੇ ਲਫ਼ਜ਼ ਵੀ ਵਰਤੇ ਹੈ। ਪਰ ਇਹ ਧਰਮਸ਼ਾਲ ਥੋੜਾ ਜਿਹਾ ਦਿਮਾਗ ਜਿਹੜਾ ਹੈ। ਮੁਸਾਫਰਖਾਨੇ ਦੀ ਇੱਕ ਖਾਸੀਅਤ ਹੁੰਦੀ ਸੀ, ਅੱਜ ਵੀ ਜੇ ਅਸੀਂ ਉਹਨੂੰ ਸ਼ਾਰਟ ਫਾਰਮ ਦੇ ਵਿੱਚ ਜਾਂ ਸਬਸਟੀਟਿਊਸ਼ਨ ਦੇ ਵਿੱਚ ਦੇਖੀਏ, ਤੇ ਜਦੋਂ ਅਸੀਂ ਮੋਟੇਲ, ਹੋਟਲਸ ਕਿਧਰੇ ਜਾਂਦੇ ਹਾਂ ਵਿਜ਼ਿਟ ਕਰਨ ਤੇ ਉੱਥੇ ਰਹਿੰਦੇ ਹਾਂ, ਸਭ ਤੋਂ ਵੱਡੀ ਮੈਂ ਆਪਣੀ ਗੱਲ ਕਰਾਂ ਤੇ ਸਭ ਤੋਂ ਪਹਿਲੀ ਜਿਹੜੀ ਗੱਲ ਹੁੰਦੀ ਹੈ ਵੀ ਇਹ ਸਾਡੇ ਸੂਟ ਕਰਦਾ ਹੈ, ਮੇਰੇ ਸਟੈਂਡਰਡ ਦਾ। ਮੈਂ ਉੱਥੇ ਨਹੀਂ ਜਾਂਦਾ ਜਿੱਥੇ ਮੇਰਾ ਸਟੈਂਡਰਡ ਤੋਂ ਬਿਲੋ ਹੋਵੇ ਜਾਂ ਅਪ ਹੋਵੇ। ਪਰ ਮੈਂ ਕਦੀ ਇਹ ਨਹੀਂ ਕੀਤਾ ਕਿ ਮੈਂ ਜਿੱਥੇ ਗਿਆ ਉਹ ਭਾਵੇਂ ਉੱਤੇ ਹੈ ਤੇ ਭਾਵੇਂ ਥੱਲੇ ਹੈ, ਉਹਨੂੰ ਮੈਂ ਆਪਣੇ ਸਟੈਂਡਰਡ ਦੇ ਹਿਸਾਬ ਨਾਲ ਕਲਟੀਵੇਟ ਕਰਾਂ। ਦੂਸਰਾ, ਮੈਂ ਜਦੋਂ ਉੱਥੇ ਜਾਣਾ ਤੇ ਮੇਰੀ ਕੋਈ ਅਟੈਚ, ਭਾਵੇਂ ਮੈਂ 10 ਦਿਨ ਰਹਿਣਾ ਹੋਵੇ, ਭਾਵੇਂ ਮੈਂ 15 ਦਿਨ ਰਹਿਣਾ ਹੋਵੇ, ਭਾਵੇਂ ਮੈਂ 2 ਰਾਤਾਂ ਰਹਿਣਾ, ਮੈਂ ਉੱਥੇ ਕੋਈ ਤਵੱਕੋ ਨਹੀਂ ਪੈਦਾ, ਅਟੈਚਮੈਂਟ ਨਹੀਂ ਪੈਦਾ ਕਰਦਾ, ਮੇਰੀ ਪਕੜ ਜਿਹੀ ਨਹੀਂ ਬਣਦੀ ਉੱਥੇ। ਜਦ ਕਿ ਹੁਣ ਦੂਜੇ ਪਾਸੇ ਇਹ ਤੇ ਮੇਰੀ ਫਿਤਰਤ ਹੈ, ਆਈ ਨੋ ਇਟ, ਕਿਉਂ ਨਹੀਂ ਪਕੜ ਬਣਾਉਂਦਾ ਮੈਂ। ਅੱਛਾ, ਇੱਕ ਹੋਰ ਵੀ ਗੱਲ, ਸੋਸ਼ਲ। ਮੈਂ ਜਦੋਂ ਉੱਥੇ ਸਵੇਰੇ ਨਾਸ਼ਤਾ ਕਰਨ ਜਾਂਦਾ ਜਾਂ ਜਦੋਂ ਲੰਘਦਾ ਟੱਪਦਾ ਐਲੀਵੇਟਰ ਦੇ ਵਿੱਚ ਇਕੱਠੇ ਕਿਸੇ ਨੂੰ ਮਿਲਦਾ, ਤੇ ਮੈਂ ਬੜਾ, ਭਾਵੇਂ ਲੜਿਆ ਹੋਵਾਂ ਮੈਂ, ਪਰ ਮੈਂ ਉਹਨਾਂ ਨਾਲ ਹੱਸ ਕੇ ਹਾਏ ਬਾਏ ਕਰਦਾ। ਕਿਸੇ ਨਾਲ ਮੇਰਾ ਵੈਰ ਨਹੀਂ ਹੁੰਦਾ। ਕੋਈ ਮੈਨੂੰ, ਮੈਂ ਕਿਸੇ ਵੱਲ ਉੱਤੋਂ ਲੈ ਕੇ ਥੱਲੇ ਤੱਕ ਦੇਖ ਕੇ ਉਹਨੂੰ ਸੜਦਾ ਨਹੀਂ, ਉਹਨੂੰ ਫੜ ਕੇ ਰੋਸਾ ਗਿਲਾ ਨਹੀਂ ਕਰਦਾ, ਕੰਪੇਅਰ ਨਹੀਂ ਕਰਦਾ, ਗੁੱਸੇ ਰਾਜੀ ਨਹੀਂ। I mean, ਇੰਟਰਾ ਐਂਡ ਇੰਟਰ ਬਿਹੇਵੀਅਰ ਦੋਵਾਂ ਦੇ ਵਿੱਚ ਮੈਂ ਬੜਾ ਪਾਰ ਠੀਕ ਉਤਰਦਾ, ਪਾਰਸਾ ਵਾਂ।
ਇਹ ਜਿਹੜਾ ਮੇਰੀ ਦੁਨੀਆ ਦੇ ਵਿੱਚ ਧਰਮਸ਼ਾਲ ਹੈ ਉਹਦਾ ਬਿਹੇਵੀਅਰ ਮੇਰੇ ਨਾਲ। ਪਰ ਹੁਣ ਗੁਰਬਾਣੀ ਦੇ ਅਸੀਂ ਹੁਣੇ ਪੜ੍ਹ ਕੇ ਹਟੇ, ਧਰਮਸ਼ਾਲ ਮੈਨੇ ਗੁਰਦੁਆਰਾ, ਧਰਮ ਕਮਾਉਣ ਦੀ ਥਾਂ। ਹਾਲਾਂਕਿ ਮੇਰੇ ਘਰ 'ਚ ਵੀ ਧਰਮਸ਼ਾਲ ਹੈ, ਪਰ ਅਸੀਂ ਗੁਰੂ ਸਾਹਿਬ ਦਾ ਇਹ ਹਰਗਿਜ਼ ਮਤਲਬ ਨਹੀਂ ਸੀ ਸੀਗਾ ਜੀ ਘਰ ਘਰ ਅੰਦਰ ਧਰਮਸ਼ਾਲ। ਗੁਰੂ ਸਾਹਿਬ ਦਾ ਕਦੀ ਵੀ ਇਹ ਮਤਲਬ ਨਹੀਂ ਸੀਗਾ ਕਿ ਹਰ ਇੱਕ ਘਰ ਦੇ ਵਿੱਚ ਗੁਰਦੁਆਰਾ ਖੋਲ ਦਿਓ। ਉਹ ਤੇ ਨਿੱਜ ਘਰ ਦੀ ਗੱਲ ਸੀ। ਧਰਮਸ਼ਾਲ ਦਾ ਮਤਲਬ ਜਿਹੜਾ ਹੈ ਧਰਮ ਕਮਾਉਣ ਦੀ ਥਾਂ। ਧਰਮ ਕਮਾਉਣ ਦੀ ਥਾਂ ਦਾ ਫਰਦਰ ਮੀਨਿੰਗ ਜਿਹੜਾ ਡਿਰੀਵੇਸ਼ਨ ਉਹ ਹੈ ਕਿ ਮੇਰੇ ਕੋਲ ਨਾ ਇੱਕ ਨਾ ਕੋ ਬੈਰੀ ਨਾ ਹੈ ਬਗਾਨਾ, ਸਗਲ ਸੰਗ ਹਮ ਕੋ ਬਾਨਾਈ। ਇਹ ਹੋਣਾ ਚਾਹੀਦਾ ਧਰਮਸ਼ਾਲ। ਹੁਣ ਜਿਹੜੀ ਧਰਮਸ਼ਾਲ ਇਹ ਤੇ ਹੋ ਗਿਆ ਮੇਰਾ बेस कि हम ऐसे तू ऐसा। ते हुण गुरु साहब जिहड़ी धर्मशाल की गल करते, रातां रुतां ते वारां पौण पानी, तिस विच धरती थाप रखी धर्मशाल। हुण इस धरती जिहड़ी है ये भी धर्मशाल है। वो मेरे बाबा जी का कमरा तो है ही है। जे मैं इदां कहां निज घर भी धर्मशाल है, उत्तों बाहर आया मेरा घर भी धर्मशाल है, भावें उत्थे बाबा जी का कमरा है या नहीं है। उत्तों बाहर गया, घरों बाहर गया, गुआंढियां का घर भी धर्मशाल है, सारा महला धर्मशाल है, सारा शहर धर्मशाल है, सारा देश धर्मशाल है। पर मेरी इलम दे विच, मेरी नॉलेज दे विच, मेरी प्रैक्टिकैलिटी दे विच ते नहीं है। ते क्यों नहीं है, मैं इहदा सवाल नहीं पा रहा। फिर मैं दावा कर रहा मैं सचियार बनना। अच्छा, जे मेरे वर्गा कोई बहुत अपने आप नूं मोमन दसे ते मैं कह देना जी गल है जी भी हुंदा ते बड़ा कुछ है, समझ भी आंदा पिया है, पर हुंदा प्रैक्टिकल नहीं हुंदा जी। फिर कि असी उस बच्चे नूं सुन के माफ कर दिंदे आ या सुन के खुश होने आ, शाबाश मेरे पुत्र, जिहड़ा कहंदा जी मैं क्लास च जाना, पढ़दा भी हाँ, इधर उधर भी नहीं देखता, पर मैनूं समझ नहीं आता, ते की असीं उहनूं बख्श दिंदे आ, ਉਹਦਾ दिमाग खाने आ, क्यों नहीं आंदा, की करदा है तू, दस मैनूं। पर असीं जदों मोमन बनना चाहते हैं तो असीं ये गल कह के बख्शाए जाने चाहते हैं कि मैनूं बख्शिया जाए, मेरे नाल हमदर्दी होवे, मैनूं जस्ट लीव मी अलोन। फिर असीं दावा करते पे असीं सचियार बनना है। जे मैनूं ये समझ ही नहीं आई कि धर्मशाल जिन्हों कहा गया है, मैं उन्होंने धर्मशाल नहीं समझिया। क्यों? ये धरती, जी मैं इस धरती नूं कहां ये जीवन, ते किधरे कोई गलत तो नहीं कहांगा, इस विच धरती थाप रखी धर्मशाल, मैनूं दसना जी प्लीज, गाइड मी। कि जे मैं कहां कि ये धरती जिहड़ी है धर्मशाल धर्म कमान की जगह है, जे मैं इदां कहां कि धरती जिहड़ी है जीवन जिउण की जगह है। बिल्कुल सही गल है। जीवन का निर्वाह करने वास्ते परमात्मा ने इस धरती नूं तैयार किया। हाँ जी। उस तो बाद फिर उन्होंने दस्सिया भी इत्थे किन्ना तरह के बंदे है, किस तरह जी हाँ है। जी। बिल्कुल जी। सही गल है। हाँ जी। सो जे मैं इदां समझ लवां कि धरती जिहड़ी है जीवन जिउण की थां है, ते हुण वो जीवन मैं उदां दा जीवना है, भावें मेरा जीवन एक रात का है, 2 रात का है, 15 दिनों का है, 15 सालों का है, 50 सालों का है,
ਜਿਸ ਤਰ੍ਹਾਂ ਮੈਂ ਹੋਟਲ 'ਚ ਜੀਣਾ ਹੈ। ਏਦਾਂ ਹੀ ਹੋਏਗਾ ਨਾ ਜੀ, ਕਿਉਂਕਿ ਅਸੀਂ ਮੁਸਾਫਰਖਾਨੇ ਦੀ ਗੱਲ ਨੂੰ ਸਮਝਿਆ, ਪਹਿਲੇ ਧਰਮਸ਼ਾਲ ਦੀ ਡੈਫੀਨੇਸ਼ਨ ਸਮਝੀਏ ਪਹਿਲਾਂ। ਹਾਲੇ ਧਰਮ ਵਾਲੇ ਪਾਸੇ ਤੇ ਗਏ ਹੀ ਨਹੀਂ ਅਸੀਂ, ਤੇ ਜੇ ਉਹਨੂੰ ਵੀ ਪਾ ਦਈਏ ਵਿੱਚ ਕਿ ਧਰਮ ਕਮਾਉਣ ਦੀ ਜਗ੍ਹਾ, ਤੇ ਮੇਰਾ ਤੇ ਵੈਰ ਵਿਰੋਧ ਹੀ ਬੜਾ। ਮੇਰੇ ਜੀਵਨ ਦੇ ਵਿੱਚ ਮੈਨੂੰ ਜਿਹੜਾ ਮਿਲੇ ਹਾਏ ਬਾਏ, ਮੈਂ ਤੇ ਕਰਦਾ ਹੀ ਨਹੀਂ ਪਿਆ। ਮੈਂ ਤੇ ਉਹਦੇ ਨਾਲ ਸੇਲ ਪੁਲਾ ਪਾਉਣਾ ਚਾਹੁੰਦਾ। ਮੈਂ ਤੇ ਕਹਿੰਦਾ ਜੀ ਇਹ ਵੀ ਤੇ ਰੱਬ ਨੇ ਦਿੱਤੇ ਆ ਨਾ ਰਿਸ਼ਤੇ, ਮੈਂ ਉਹਨਾਂ ਨਾਲ ਅਟੈਚ ਹੋਣਾ ਚਾਹੁੰਦਾ। ਅਟੈਚ ਹੋ ਕੇ ਫਿਰ ਮੈਂ ਉਹਨਾਂ ਨਾਲ ਰੋਸੇ ਗਿਲੇ ਕਰਨੇ ਚਾਹੁੰਦਾ, ਫਿਰ ਮੈਂ ਉਹਨਾਂ ਨਾਲ ਗੁੱਸੇ ਰਾਜੀ ਹੋਣਾ ਚਾਹੁੰਦਾ, ਫਿਰ ਮੈਂ ਉਹਨਾਂ ਨਾਲ ਠੀਕ ਤੇ ਗਲਤ ਹੋਣਾ ਚਾਹੁੰਦਾ। ਇਹ ਠੀਕ ਹੈ ਜੀ, ਇਹ ਗਲਤ ਹੈ ਜੀ, ਮੈਂ ਹਮੇਸ਼ਾ ਠੀਕ ਹਾਂ, ਇਹ ਹਮੇਸ਼ਾ ਗਲਤ ਹੈ, so on and so forth। ਕਿਧਰੇ ਮੈਂ ਡੀਰੇਲ ਤੇ ਨਹੀਂ ਹੋ ਗਿਆ ਥਾਟ ਪ੍ਰੋਸੈਸ ਚੋਂ। ਜਿਹੜਾ ਮਾਲਕ ਜੀ ਨੇ ਮੈਨੂੰ ਚਾਹਿਆ ਸੀ ਥਾਟ ਪ੍ਰੋਸੈਸ, ਉਹ ਤੋਂ ਮੈਂ ਸ਼ਾਇਦ ਕਿਧਰੇ ਸੱਜੇ ਖੱਬੇ ਹੋ ਗਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਦੋਂ ਐਗਜ਼ਿਟ ਛੱਡ ਆਇਆ, ਕਿਉਂਕਿ ਮੈਂ ਅਵੇਅਰਨੈਸ 'ਚ ਨਹੀਂ ਹੈਗਾ। ਮੇਰੀ ਅਵੇਅਰਨੈਸ ਜਿਹੜੀ ਹੈ ਉਹ ਦੁਨਿਆਵੀ ਹੈ, ਧਰਤੀ ਦੀ ਹੈ। ਪਾਤਸ਼ਾਹ ਕਹਿੰਦਾ ਹੈ ਕਿ ਤੇਰੀ ਪਕੜ ਨਹੀਂ ਹੋਣੀ ਚਾਹੀਦੀ, ਗ੍ਰਿਪ, ਅਟੈਚਮੈਂਟ। ਕਹਿੰਦੇ ਵੀ ਜੈਸੇ ਰੈਣ ਪਰਾਉਣੇ, ਉੱਠ ਚੱਲ ਸੈਂ ਪ੍ਰਭਾਤ। ਬਕਾਇਦਾ ਮੁਸਾਫਰਖਾਨੇ ਦੀ, ਹੋਟਲ ਦੀ ਗੱਲ ਕੀਤੀ ਹੈ। ਇੱਕ ਰਾਤ ਲਈ ਲਿਆ ਕਿਰਾਏ ਤੇ, ਚੈੱਕਆਊਟ ਟਾਈਮ ਹੈਗਾ। ਜਿਸ ਤਰ੍ਹਾਂ ਰਾਤ ਦੇ ਪ੍ਰਾਹੁਣੇ ਜਿਹੜੇ ਆ ਸਵੇਰ ਹੁੰਦਿਆਂ ਤੁਰ ਪੈਂਦੇ ਨੇ। ਕਿਆ ਤੂੰ ਰਤਾ ਦੁਨੀ ਸਿਓ, ਸਭ ਫੁੱਲਾਂ ਕੀ ਬਾਗਾ। ਤੂੰ ਤੇ ਦੁਨੀਆ 'ਚ ਸ਼ਹਿਰ ਮੇਲਾ ਬਣਾਇਆ ਇਹਨੂੰ, ਤੇ ਮੇਲਾ ਦੇਖਣਾ ਹੈ, ਸਾਰਾ ਕੁਝ ਹੀ ਤੇਰਾ। ਜਿਹੜੇ ਫੁੱਲ ਨੂੰ ਦੇਖਦਾ, ਫੁੱਲਾਂ ਕੀ ਬਗਾਤ ਸੀਗੀ, ਜਿਹੜੇ ਫੁੱਲ ਨੂੰ ਦੇਖਦਾ ਕਹਿੰਦਾ ਮੇਰਾ, ਜੇ ਨਹੀਂ ਮੇਰਾ ਤੇ ਮੈਂ ਇਹਨੂੰ ਕਿੱਦਾਂ ਹਥਿਆ ਲਵਾਂ, ਇਹਦੇ ਵਰਗਾ ਕਿਵੇਂ ਮੈਂ ਇਹਨੂੰ ਆਪਣੇ ਵਰਗਾ ਕਿਵੇਂ ਕਰ ਲਾਂ, ਆਪਣੀ ਜੇਬ 'ਚ ਕਿਵੇਂ ਪਾ ਲਾਂ, ਇਹਨੂੰ ਮੈਂ ਪੋਜੈਸ ਕਿਵੇਂ ਕਰਾਂ, ਕਦੋਂ ਕਰਾਂ। ਫਿਰ ਪਾਤਸ਼ਾਹ ਇੱਕ ਥਾਂ ਤੇ ਕਹਿੰਦੇ ਨੇ, ਬਿਰਖੇ ਹੇਠ, ਆਪਾਂ ਅੱਗੇ ਵੀ ਇਹਦੀ ਗੱਲ ਕੀਤੀ ਹੋਈ, ਸ਼ਾਮਾਂ ਪੈ ਗਈਆਂ, ਇਸੇ ਸੇਮ ਕਨਸੈਪਟ, ਕਿਉਂਕਿ ਰਿਲੇਟਿਡ ਹੈ। ਸ਼ਾਮਾਂ ਪੈ ਗਈਆਂ, ਪੇੜ ਤੇ ਪੰਛੀ ਆ ਕੇ ਬਹਿ ਗਏ। ਮੈਂ ਵੀ ਤੇ ਇਹੋ ਹੀ ਹਾਂ। ਵੱਖਰੀ ਗੱਲ ਹੈ, ਮੈਂ ਕੁਝ ਦਿਨਾਂ ਦੇ ਲਈ ਆ ਗਿਆ। ਇੱਕ ਤੱਤੇ, ਇੱਕ ਬੋਲਣ ਮਿੱਠੇ, ਇਹ ਵੀ ਹੈਗਾ। ਅਸਤ ਉਦੋਤ ਭਇਆ ਉੱਠ ਚੱਲੇ। ਜਦੋਂ ਡੁੱਬਿਆ ਸੂਰਜ ਜਿਹੜਾ ਸੀ, ਡਾਨ ਹੋ ਗਿਆ, ਫੇਰ ਸਵੇਰ ਚੜੀ, ਜਿਉਂ-ਜਿਉਂ ਰੈਣ ਵਿਹਾਣ ਉੱਠ ਕੇ ਤੁਰਦੇ ਹੋਏ, ਜਿੱਦਾਂ ਜਿੱਦਾਂ ਰਾਤ। ਮੁੜ ਕੇ ਪਤਾ ਨਹੀਂ ਉਸ ਪੰਛੀ ਨੇ ਉਸ ਪੇੜ ਤੇ ਆ ਕੇ ਬਹਿਣਾ ਕਿ ਨਹੀਂ ਬਹਿਣਾ। ਜੇ ਉੱਥੇ ਬਹਿਣਾ ਵੀ ਹੈ ਤੇ ਉਸੇ ਥਾਂ ਤੇ ਉਹਨੇ ਕਹਿਣਾ ਹਟ ਪਰੇ, ਮੇਰੀ ਥਾਂ ਹੈ। ਅਸੀਂ ਆਪਣੇ ਬੈੱਡ ਬਣਾਏ ਹੋਏ ਨੇ, ਆਪਣੇ ਮੰਜੀਆਂ ਬਣਾਈਆਂ ਹੋਈਆਂ, ਆਪਣੇ ਬਿਸਤਰੇ ਬਣਾਏ ਹੋਏ, ਆਪਣਾ ਸਰਾਣੇ ਬਣਾਏ ਹੋਏ, ਆਪਣੀਆਂ ਗੱਡੀਆਂ ਬਣਾਈਆਂ ਹੋਈਆਂ, ਆਪਣੀਆਂ ਕੁਰਸੀਆਂ ਬਣਾਈ, what not and what not। ਤੇ ਫਿਰ ਅਸੀਂ ਕਹਿੰਦੇ ਹਾਂ ਅਸੀਂ ਸਚਿਆਰ ਬਣ। ਦਾਵਾ ਦੇਖੋ ਕਿੰਨਾ। ਗੱਲ ਕੀ, ਅੱਛਾ ਫਿਰ ਇੱਕ ਹੋਰ ਗੱਲ, ਜਦੋਂ ਮੇਰੀ ਪਕੜ ਬਣਦੀ ਹੈ, ਅਟੈਚਮੈਂਟ ਹੁੰਦੀ, ਅਟੈਚਮੈਂਟ ਕਿਹਨੂੰ ਜਨਮ ਦੇ ਰਹੀ ਹੈ? ਰੋਸਾ, ਗਿਲਾ, ਸ਼ਿਕਵਾ, ਪਿਆਰ, ਨਫ਼ਰਤ। ਜਿੰਨੇ ਦੂਸ਼ਣ ਨੇ ਮੇਰੇ, ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ, ਉਹ ਸਾਰੇ ਔਗਣ ਮੈਨੂੰ ਆ ਕੇ ਚੰਬੜ ਜਾਂਦੇ। ਕਿਸ ਕਰਮ ਦੇ ਨਾਲ? ਅਟੈਚਮੈਂਟ ਦੇ ਨਾਲ। ਮੈਨੂੰ
नहीं समझ आती। सो हुण आइए ਅਸੀਂ ਧਰਮ ਕਮਾਉਣ ਦੀ ਥਾਂ ਵਾਲੇ ਪਾਸੇ ਹਲਕਾ ਜਿਹਾ ਉਹਨੂੰ ਟੱਚ ਕਰਦੇ ਹਾਂ। ਸਾਡਾ ਗੁਰਦੁਆਰਾ ਧਰਮ ਕਮਾਉਣ ਦੀ ਥਾਂ ਹੈ, ਧਰਮਸ਼ਾਲ ਹੈ। ਅਸੀਂ ਪੜ੍ਹਿਆ ਕਿ ਗੁਰਦੁਆਰੇ ਦੇ ਵਿੱਚ ਆਏ ਗਏ ਦੀ ਭਗਤ ਵੀ, ਸੇਵਾ ਭਗਤ ਵੀ ਹੋਣੀ ਚਾਹੀਦੀ, ਅਤਿਥੀ ਸਤਕਾਰ ਵੀ ਹੋਣਾ ਚਾਹੀਦਾ, ਉੱਥੇ ਪੜ੍ਹਾਈ ਵੀ ਹੋਣੀ ਚਾਹੀਦੀ। ਸਾਡੇ ਗੁਰਦੁਆਰੇ ਅੱਜ ਤਿੰਨਾਂ ਥਾਵਾਂ ਤੋਂ ਗਾਇਬ ਨੇ, ਗੁਰਬਾਣੀ ਕੀਰਤਨ, ਅਤਿਥੀ ਸਤਕਾਰ, ਪੜ੍ਹਾਈ। ਨਾ ਮਾਤਰ ਸਾਰੇ ਗੁਰਦੁਆਰਿਆਂ ਦੇ ਵਿੱਚ ਸੰਡੇ ਕਲਾਸਾਂ ਲੱਗਦੀਆਂ, ਕਿੰਨੀਆਂ ਕੁ ਕਾਮਯਾਬ। ਜੇ ਕਿਸੇ ਸਕਸੈਸ ਨੂੰ ਦੇਖੀਏ ਤੇ ਕੀ ਉਹਨੇ ਕਦੀ ਕਿਹਾ ਜੀ ਕਿ ਮੈਂ ਇਹ ਗੱਲ ਸੰਡੇ ਕਲਾਸ ਤੋਂ ਸਿੱਖੀ ਸੀ ਫਲਾਣੇ ਗੁਰਦੁਆਰੇ ਤੋਂ, ਅੱਜ ਮੈਂ ਜਿਹੜੀ ਵੀ ਥਾਂ ਤੇ ਪਹੁੰਚਿਆ। So we have to think। ਫਿਰ ਅਸੀਂ ਤੇ ਹੋਰ ਇੱਕ ਮਾੜੀ ਆ ਚੰਗੀ ਜੋ ਵੀ, ਅਸੀਂ ਉਹਨੂੰ ਗੁਰੂ ਘਰ ਕਹਿਣਾ ਸ਼ੁਰੂ ਕਰਤਾ। ਗੁਰੂ ਘਰ ਆਇਆ ਕਰੋ ਜੀ। ਜੇ ਗੁਰੂ ਘਰ ਉਹ ਹੈ ਤੇ ਇਹ ਜਗ ਸੱਚੇ ਕੀ ਹੈ ਕੋਠੜੀ ਤੇ ਸੱਚੇ ਕਾ ਵਿਸ਼ਵਾਸ ਗਲਤ ਹੋ ਗਿਆ। ਫਿਰ ਜੇ ਗੁਰੂ ਘਰ ਤੋਂ ਬਾਹਰ ਆ ਗਿਆ ਉਹਦੇ ਪਾਰਕਿੰਗ ਲਾਟ 'ਚ, ਤੇ ਉਹ ਗੁਰੂ ਘਰ ਨਹੀਂ। ਉਹਦੇ ਨਾਲ ਇੱਕ ਚਰਚ ਹੈ, ਉਹ ਗੁਰੂ ਘਰ ਨਹੀਂ। ਜਾਂ ਉਹਦੇ ਨੇਬਰਸ, ਉਹਦੀ ਨੇਬਰਹੁੱਡ, ਉਹ ਗੁਰੂ ਘਰ ਨਹੀਂ। ਮੈਨੂੰ ਸੋਚਣਾ ਪਏਗਾ ਮੈਂ ਕੀ ਕੀਤਾ ਹੈ, ਮੈਂ ਪਕੜ ਕਿੱਦਾਂ ਦੀ ਬਣਾਈ ਆਪਣੀ, ਮੈਂ ਨਾਮ ਕਿਹੋ ਜਿਹੇ ਦੇ ਦਿੱਤੇ, ਔਰ ਮੈਂ ਫਿਰ ਵੀ ਆਪਣੇ ਆਪ ਨੂੰ ਧਰਮੀ ਕਹੀ ਜਾਂਦਾ। ਸੋ ਜਦੋਂ ਮੈਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਇਹਨਾਂ ਸਾਰੀਆਂ ਥਾਵਾਂ ਤੇ ਮੈਂ ਸੈਲਫ ਸੈਟਿਸਫੈਕਸ਼ਨ ਕਰ ਰਿਹਾ, ਗੁਰੂ ਸੈਟਿਸਫੈਕਸ਼ਨ ਨਹੀਂ ਕਰ ਰਿਹਾ। ਗੁਰੂ ਨੇ ਮੈਨੂੰ ਇਹ ਨਹੀਂ ਕਿਹਾ। ਗੁਰੂ ਨੇ ਮੈਨੂੰ ਆਪਣਾ ਗੋਲ ਦਿੱਤਾ ਹੈ ਕਿ ਤੂੰ ਸਚਿਆਰ ਬਣਨ ਦੇ ਲਈ ਪੁੱਤਰ ਐ ਸਮਝ ਰਾਤੀ ਰੁੱਤੀ ਥਿੱਤੀ ਵਾਰ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਤੇ ਇਹਦੇ ਚ ਕੋਈ ਵੱਡੀ ਗੱਲ, ਕੋਈ ਨਵੀਂ ਗੱਲ ਥੋੜੀ ਏ। ਇਸ ਵਿੱਚ ਜੀ ਜੁਗਤ ਕੇ ਰੰਗ, ਕੇ ਜਿਹੜਾ ਲਫ਼ਜ਼ ਹੈ, ਜਦੋਂ ਤੁਸੀਂ ਆਪਣੇ ਈਸ਼ਰ ਨੂੰ ਖੋਲੋਗੇ ਤੇ ਉਹਦੇ ਵਿੱਚੋਂ ਤੁਸੀਂ ਸਾਰੇ ਪੜ੍ਹ ਲਿਓ, ਕੇ ਦਾ ਮੈਨਾ ਇੱਥੇ ਕਈ ਹੈ, ਆਫ ਨਹੀਂ ਹੈ, ਮੈਨੀ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ, ਉਸਕੇ ਘਰ ਗਏ ਜਾਂ ਉਹਦੇ ਘਰ ਗਏ, ਤੇ ਮੀਨਸ ਉਸ ਦੇ, ਪਰ ਇੱਥੇ ਕੇ ਦਾ ਮੈਨਾ ਕਈ ਹੈ। ਸੋ ਇੱਥੇ ਪ੍ਰੈਪੋਜੀਸ਼ਨ ਨਹੀਂ ਹੈ। ਇਸ ਵਿੱਚ ਜੀ ਜੁਗਤ ਕੇ ਰੰਗ, ਕਈ ਰੰਗਾਂ ਦੇ, ਤਿੰਨ ਕੇ ਨਾਮ ਅਨੇਕ ਅਨੰਤ। ਧਰਤੀ ਦੇ ਵਿੱਚ ਹੈਗੇ ਨੇ ਸਾਰੇ, ਮੇਰੇ ਆਲੇ ਦੁਆਲੇ ਦੇ ਵਿੱਚ ਸਾਰਾ ਕੁਝ ਹੈਗਾ। ਕਰਮੀ ਹੋਏ ਵਿਚਾਰ। ਹੁਣ ਜਿਹੜੇ ਥਾਟਸ ਮੈਨੂੰ ਇਹ ਕਹਿੰਦੇ ਹੁੰਦੇ ਸੀ ਜਾਂ ਕਹਿੰਦੇ ਨੇ ਕਿ ਕਰਮ ਮੈਨੇ ਬਖਸ਼ਿਸ਼ ਹੈ, ਉਹ ਇੱਥੇ ਆ ਕੇ ਅੜ ਜਾਣਗੇ ਕਿ ਬਖਸ਼ਿਸ਼ ਦੇ ਹਿਸਾਬ ਨਾਲ ਵਿਚਾਰ ਹੋਏਗੀ। ਤੇ ਫਿਰ ਕ੍ਰਿਸਚੀਅਨਿਟੀ ਜਾਂ ਇਸਲਾਮ ਤੋਂ ਪਾਸੇ ਕਿਵੇਂ ਹੋ ਗਿਆ ਕਿ ਤੁਸੀਂ ਕਬਰ 'ਚ ਬੈਠੇ ਹੋ, ਫਨਾ ਦਾ ਰੋਜ਼ ਆਏਗਾ, ਡੂਮਸਡੇ ਆਏਗਾ ਤੇ ਤੁਹਾਡੇ ਕਰਮਾਂ ਦਾ ਫੈਸਲਾ ਹੋ ਜਾਏਗਾ। ਪਰ ਉਹ ਵੀ ਕਹਿੰਦੇ ਨੇ ਕਰਮਾਂ ਦਾ ਫੈਸਲਾ, ਬਖਸ਼ਿਸ਼ ਨਹੀਂ ਕਹਿੰਦੇ। ਸੋ ਇੱਥੇ
ਜੇ ਮੈਂ ਇਦਾਂ ਇਹਨੂੰ ਸਮਝਾਂ ਕਿ ਮੇਰੇ ਕਰਮਾਂ ਦੇ ਹਿਸਾਬ ਦੇ ਨਾਲ ਮੇਰਾ ਫੈਸਲਾ, ਇੱਥੇ ਵਿਚਾਰ ਦਾ ਮੈਨੇ ਫੈਸਲਾ, ਕਰਮੀ ਕਰਮੀ ਹੋਏ ਵਿਚਾਰ, ਵਿਚਾਰ। ਹੁਣ ਮਹਾਨ ਕੋਸ਼ ਦੇ ਵਿੱਚ ਖਿਆਲ, ਗੱਲ, ਮਤ, ਗਿਆਨ, ਅੰਦਾਜ਼ਾ, ਅਨੁਮਾਨ, ਵਿਚਾਰਵਾਨ, ਵਿਵੇਚਨ, ਵਿਚਾਰ ਕਰਨਾ, ਐਨਾਲਿਸਿਸ, ਵਿਚਾਰ ਕਰਨਾ, ਨਿਰਣय ਕਰਨਾ, ਫੈਸਲਾ, ਸੋਚ, ਵਿਚਾਰ, ਨਿਰਣय। ਹਰ ਇੱਕ ਦੇ ਕਰਮਾਂ ਦੇ ਹਿਸਾਬ ਦੇ ਨਾਲ ਤਿਸਵੀ ਧਰਤੀ ਤਾਪ ਤਿਸਵੀ ਜੀ ਕਈ ਤਿਨਕੇ ਨਾਮ ਨੇ। ਹੁਣ ਉਸ ਧਰਤੀ ਦੇ ਵਿੱਚ ਕਰਮੀ ਕਰਮੀ ਹੋਏ ਵਿਚਾਰ। Am I aware of it? ਮੈਂ ਤੇ ਇੰਨਾ ਐਕਸਪਰਟ ਹੋ ਚੁੱਕਾ ਹਾਂ, ਮੈਂ ਕਹਿਣਾ ਕਿ ਮੇਰੇ ਬੱਚਿਆਂ ਨੇ ਦੇਖਿਆ, ਨਹੀਂ ਦੇਖਿਆ, ਮੇਰੇ ਸਪਾਊਸ ਨੇ ਦੇਖਿਆ, ਨਹੀਂ ਦੇਖਿਆ, ਗੁਆਂਢੀਆਂ ਨੇ ਦੇਖਿਆ, ਨਹੀਂ ਦੇਖਿਆ। ਜੇ ਬੇਵਕੂਫ ਬਣ ਗਏ ਤਾਂ ਰੱਬ ਹੀ ਬਣਾ ਲਾਂਗਾ, ਕਰੀ ਜਾ ਜੋ ਕਰਨਾ। ਬੜੀ ਕਮਾਲ ਦੀ ਗੱਲ ਹੈ। ਪੜਦਾ ਕੀ ਆ? ਅੱਗੋਂ ਦੇਖਿਆ, ਪਿੱਛੋਂ ਦੇਖਿਆ, ਤੁਝ ਤੇ ਕਾਂਚ ਪਾਵਾ। ਸੋ ਸੱਚਾ ਆਪ, ਸੱਚਾ ਦਰਬਾਰ। ਹੁਣ ਦਰਬਾਰ ਆ ਗਿਆ, ਮਾਲਕ ਵੀ ਸੱਚਾ ਹੈ ਤੇ ਉਹਦਾ ਦਰਬਾਰ। ਹੁਣ ਮੈਂ ਸੋਚਾਂ ਕਿ ਜੇ ਬਾਬਾ ਜੀ ਦਾ ਕਮਰਾ ਹੋਵੇ, ਉਹਦਾ ਘਰ, ਦਰਬਾਰ ਵੀ ਉੱਥੇ ਹੋਏਗਾ। ਜੇ ਗੁਰਦੁਆਰਾ ਉਹਦਾ ਘਰ ਹੋਵੇ ਤੇ ਉਹਦਾ ਦਰਬਾਰ ਵੀ ਉੱਥੇ ਹੋਏਗਾ। ਪਰ ਜੇ ਜੱਗ ਉਹਦਾ ਘਰ ਹੈ ਤੇ ਦਰਬਾਰ ਕਿਹੜਾ ਫਿਰ? ਤੇ ਉਹ ਜਦੋਂ ਛੋਟੇ ਹੁੰਦੇ ਤਾਂ ਅਸੀਂ ਕਹਿੰਦਾ ਦਰਬਾਰ ਤਾਂ ਹੈ ਨਾ। ਸੋ ਮੈਨੂੰ ਉਹ ਲੋਕੇਟ ਕਰਨਾ ਪਏਗਾ ਕਿ ਉਹ ਦਰਬਾਰ ਕਿੱਥੇ ਹੈ। ਮੈਂ ਆਮ ਲੀਵਿੰਗ ਇਟ ਬਲੈਂਕ। ਸੱਚਾ ਆਪ, ਸੱਚਾ ਦਰਬਾਰ। ਉਸ ਦਰਬਾਰ ਦੇ ਵਿੱਚ ਕੌਣ ਸੌਂਦਾ ਪਿਆ? ਪੰਜ ਪ੍ਰਵਾਨ। ਉਹ ਜਿਨ੍ਹਾਂ ਨੇ ਗਾਵੀਆਂ ਸੁਣੀਆਂ, ਮਨ ਰੱਖਿਆ, ਭਾਵ ਕੀਤਾ, ਜਿਨ੍ਹਾਂ ਨੇ ਸੁਣ ਲਿਆ, ਮਨਨ ਕਰ ਲਿਆ, ਸ਼ਰਵਣ ਕੀਤਾ, ਮਨਨ ਕੀਤਾ, ਨਿਧਿਆਸਨ ਕੀਤਾ, ਦੇ ਅਧਿਆਸ ਭਾਵ ਸਰੀਰ ਨਾਲ ਪਿਆਰ ਛੱਡਿਆ। ਤਿੱਥੇ ਸੋਹਣ ਪੰਜ ਪ੍ਰਵਾਨ। ਉਹ ਪੰਜ ਨੇ ਉੱਥੇ, ਉਹ ਫਪ ਕਰ ਰਹੇ ਨੇ, ਉਹ ਸਟੈਂਡ ਆਊਟ ਕਰਦੇ ਨੇ। ਨਦਰੀ, ਹੁਣ ਇੱਥੇ ਫੇਰ ਆ ਗਿਆ ਲਫ਼ਜ਼ ਕਰਮ ਤੇ ਨਦਰ। ਨਦਰੀ ਕਰਮ ਭਵੈ ਨਿਸ਼ਾਨ। ਹੁਣ ਇੱਥੇ ਅਸੀਂ ਦੋਵਾਂ ਤਰ੍ਹਾਂ ਦੇ ਨਾਲ ਕਰ ਸਕਦੇ ਹਾਂ। ਇੱਥੇ ਕਰਮ ਨੂੰ ਨਦਰ ਦਾ ਬਹੁਆਰਥਕ ਵੀ ਲੈ ਸਕਦੇ ਹਾਂ, ਤੇ ਇੱਥੇ ਬਖਸ਼ਿਸ਼ ਦੇ ਨਾਲ ਜਿਨ੍ਹਾਂ ਨੇ ਕਰਮ ਕੀਤਾ, ਜਿਨ੍ਹਾਂ ਨੇ ਬਖਸ਼ਿਸ਼ ਦੇ ਦਾਇਰੇ ਦੇ ਵਿੱਚ ਕੰਮ ਕੀਤਾ, ਰੱਬ ਜੀ ਦੇ ਹੁਕਮ ਦੇ ਵਿੱਚ ਜਿਨ੍ਹਾਂ ਨੇ ਕੰਮ ਕੀਤਾ, ਉਹਨਾਂ ਦੇ ਮੱਥੇ ਤੇ ਨਿਸ਼ਾਨ ਨੇ। ਪਰ ਨਿਰੀ ਬਖਸ਼ਿਸ਼ ਦੇ ਨਾਲ ਨਿਸ਼ਾਨ ਪੈ ਜਾਏਗਾ ਕਿ ਕਰਮ ਕਰਨ ਦੇ ਨਾਲ ਪਏਗਾ? ਦੱਸਣਾ ਜੀ। ਪਰਮਜੀਤ ਜੀ, it should be addressed to you. I know that. ਕਰਮ ਦੇ ਨਾਲ। Yes. ਕੱਲੇ ਕਰਮ ਨਾਲ ਨਹੀਂ, ਨਦਰ ਤੇ ਕਰਮ ਦੇ ਨਾਲ। ਤੇ ਬਖਸ਼ਿਸ਼। Let's not get confused. So, ਨਦਰੀ, ਨਦਰੀ ਬਖਸ਼ਿਸ਼ ਦੇ ਨਾਲ
ਕਰਮ ਮੰਮੇ ਨੂੰ ਸਿਹਾਰੀਏ, ਕਰਮ ਦੇ ਨਾਲ ਪਵੈ ਨਿਸ਼ਾਨ। ਨਿਸ਼ਾਨੀ ਦਾਗੇ ਗਏ ਨੇ। ਡੈਕੋਰੇਸ਼ਨ ਟੈਸਲ ਲੱਗਾ ਹੋਇਆ। ਕਿਹੜਾ ਟੈਸਲ? ਕਿੱਦਾਂ ਪਛਾਣੇ ਜਾਂਦੇ ਨੇ? ਫੁੱਲ ਨੂੰ ਪਛਾਣਨ ਦੀ ਲੋੜ ਪੈਂਦੀ ਹੈ ਕਿ ਇਹਦੇ ਚ ਖੁਸ਼ਬੂ ਹੈਗੀ? ਫੁੱਲ ਨੂੰ ਰੈਕਗਨਾਈਜ਼ ਕਰਨਾ ਪੈਂਦਾ ਹੈ। ਉਹ ਕੁਦਰਤ ਦੇ ਨਿਜ਼ਾਮ ਦੇ ਵਿੱਚ ਆਪਣੇ ਆਪ ਨੂੰ ਖੁਸ਼ਬੂ ਦੇ ਨਾਲ ਭਰ ਲੈਂਦਾ ਹੈ ਤੇ ਲੋਕ ਸਾਰੇ ਜਾਂਦੇ ਉਹਨਾਂ ਕੋਲ ਖੁਸ਼ਬੂ ਲੈਣਗੇ। That is the difference. ਫਿਰ ਕਹਿੰਦੇ ਭਈ ਹੁਣ ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਅੱਧੀ ਜ਼ਿੰਦਗੀ ਇਸ ਕੰਮ ਦੇ ਲਈ ਲਾ ਦਿੰਦੇ ਹਾਂ ਕਿ ਮੈਂ I want to prove I am right. The other person is wrong. ਤੇ ਉਹ ਇੱਕ ਮਜ਼ਾਕ ਦੇ ਵਿੱਚ ਗੱਲ ਕਹੀ ਦੀ ਹੁੰਦੀ ਸੀ ਕਿ he or she ਜਿਹਨੂੰ ਵੀ ਕਹਿਣਾ ਹੋਵੇ is ਉਹਦਾ ਲਾਸਟ ਨੇਮ ਜਿਹੜਾ ਹੈ ਉਹ ਰਾਈਟ ਹੈ। he or she is Miss Right or Mr. Right. The first name being always. ਅਸੀਂ ਤੇ ਉਹ ਆ। I am always right. I can't be wrong. ਤੈਨੂੰ ਸਮਝ ਗਲਤ ਆਈ ਹੋਣੀ। ਸਚਿਆਰ ਕਿਵੇਂ ਬਣਾਂਗੇ? ਇਹ ਤੇ ਕਚਿਆਰ ਦੀ ਗੱਲ ਹੈ। ਨਜ਼ਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ। Who am I to judge? ਹੁਣ ਉਹਦਾ ਦਰਬਾਰ ਤੇ ਕੱਚ ਪਕਾਈ ਉੱਥੇ ਪਾਏ। ਕੱਚੇ ਪੱਕੇ ਦਾ ਫੈਸਲਾ ਉੱਥੇ ਹੋਏਗਾ। ਤੇ ਆਪਾਂ ਹਾਲੇ ਦਰਬਾਰ ਦੀ ਗੱਲ ਕਰਨੀ ਹੈ। ਨਾਨਕ ਗਿਆ ਜਾਪੇ ਜਾਏ। ਅੱਜ ਇਹਨਾਂ ਦੀ ਲਾਸਟ ਲਾਈਨ ਦੀ ਇਸ ਕਰਕੇ ਸ਼ੁਰੂਆਤ ਨਹੀਂ ਕੀਤੀ। ਅਸੀਂ ਸਾਰੀਆਂ ਪੌੜੀਆਂ ਦੀ ਲਾਸਟ ਲਾਈਨ ਪਹਿਲੇ ਪੜ੍ਹੀ ਕਿਉਂਕਿ ਇਹਦੇ ਚ ਸਵਾਲ ਹੈਗੇ ਨੇ। ਕਨਕਲੂਡ ਕੀਤਾ ਹੋਇਆ ਪਰ ਇਨ ਵਿਊ ਆਫ ਦਾ ਫੋਰਗੋਇੰਗਸ। ਜੇ ਅਸੀਂ ਇੱਥੋਂ ਹੀ ਸ਼ੁਰੂ ਕਰੀਏ ਕੱਚ ਪਕਾਈ ਉੱਥੇ ਪਾਏ, ਕਿੱਥੇ ਸਵਾਲ ਆ ਜਾਏ। ਨਾਨਕ ਗਿਆ ਜਾਪੇ ਜਾਏ, ਉੱਥੇ ਜਾ ਕੇ ਪਤਾ ਲੱਗੇਗਾ ਕਿੱਥੇ, ਫਿਰ ਸਵਾਲ ਆ ਜਾਏ। ਸੋ ਐਨੀਵੇ ਸਾਨੂੰ ਪੌੜੀ ਨੂੰ ਰੈਫਰ ਕਰਨਾ ਪਏਗਾ ਕਿ ਕਿਹੜੀ ਸਟੇਟ ਆਫ ਮਾਈਂਡ ਦੀ ਗੱਲ ਇੱਥੇ ਹੋ ਰਹੀ ਹੈ, ਕਿਹੜੀ ਸਟੇਜ ਦੀ ਗੱਲ ਹੋ ਰਹੀ ਹੈ, ਕਿਹੜੇ ਰੈਲਮ ਦੀ ਗੱਲ ਹੋ ਰਹੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਨਾਨਕ ਗਿਆ ਜਾਪੇ ਜਾਏ। ਉਸ ਅਵਸਥਾ 'ਚ ਜਾ ਕੇ ਪਤਾ ਲੱਗੇਗਾ। ਕੱਚੇ ਪੱਕੇ ਦਾ ਫੈਸਲਾ ਉੱਥੇ ਹੋਏਗਾ, ਉਸ ਦਰਬਾਰ ਦੇ ਵਿੱਚ ਹੋਏਗਾ। ਹੈ ਨਾ ਜੀ। ਹੁਣ ਆਪਣੇ ਮਾਈਕ ਅਨਮਿਊਟ ਕਰੋ ਪਲੀਜ਼। ਤੇ ਕਿਹੜੇ ਦਰਬਾਰ ਦੀ ਗੱਲ ਕੀਤੀ ਹੈ ਮਾਲਕ ਨੇ? ਜੇ ਧਰਤੀ ਇੱਥੇ ਹੈ, ਧਰਮਸ਼ਾਲ ਇੱਥੇ ਹੈ, ਤੇ ਦਰਬਾਰ ਕਿਧਰੇ ਉੱਤੇ ਤੇ ਨਹੀਂ ਨਾ ਹੋ ਸਕਦਾ। ਤੇ ਦਰਬਾਰ ਸਾਹਿਬ ਅਸੀਂ ਕਹਿ ਦਿੰਦੇ ਹਾਂ, ਹਰਮੰਦਰ ਕਹਿ ਦਿੰਦੇ ਹਾਂ। ਕੀ ਉਹ ਐਡਿਕੁਏਟ ਹੈ ਬੁਲਾਣਾ? ਹਾਂਜੀ ਪਲੀਜ਼। अपने अंतर्गत विच पता लगेगा किस तरह। हाँ। Anyone else that wants to say some different than this? Please hurry up. I think it's an ongoing process. I don't think there is an evaluation at the end.
ਸੌਰੀ Otherwise, that ਆਵਾਜ਼ ਤੁਹਾਡੀ ਕੀ ਗੱਲ ਹੋ ਰਹੀ ਹੈ ਅੱਜ ਕੱਲ? let me try again. I said that I think it's an ongoing process. The evaluation. Is it? Can you hear me now? ਹਾਂਜੀ, ਕਿਸੇ ਨੂੰ ਸਮਝ ਆ ਰਹੀ ਕੀ ਹੈ? ਥੋੜੀ ਜੀ ਕਹਿੰਦੇ it's an ongoing process. Process, yeah. It's an ongoing process of darbar. No, ongoing process. But what is darbar to me? Well, to me, Darbar is it's a evaluation process of myself, where I am supposed to be living a righteous life, and I got to question myself whether am I doing the right thing, am I living a truthful life, and when I realize I'm not, then I continue to make changes so that I reevaluate myself going forward, and I raise my standard and raise the bar. जो सच्चा है उसका दरबार भी सच्चा है, you can say. ठीक है. So I won't say I don't agree, but to me, the bar will be, looking at this body, the bar is a point of time where the evaluation is being done. Darbar is, sorry, what is the first I thing? Darbar is? It's a time when the evaluation is done. Evaluation time, you said? Ah, Help me, That please. time when evaluation is done. Okay. Oh, so you mean the doomsday? No. No, that's exactly what I'm not saying. Okay. Yeah. Right. I got to- Anji, I got it. question myself every whether am I here? Am I living the objectives that I'm supposed to be every time? Right. And so Ah. it is constantly evolving in the sense that I need to raise the bar every time. And every time I realize that I fail or I'm failing, I got to evaluate myself in the darbar and then raise the bar and realize that what is right and what is wrong, what should be and what should not be. And so to me, the darbar is forever evolving. Right. ठीक है. Because Anyone else? we don't believe in reincarnation, so there is no doomsday, no end. Yes. Correct. Okay. ਹੋਰ ਕੋਈ ਜੀ, please? ਜਦ ਉਹਦੀ ਉਹ ਆਪ ਸੱਚਾ ਹੈ ਤੇ ਜਦ ਅਸੀਂ ਕਨਸਟੈਂਟਲੀ ਉਹਦੀ ਅਵੇਅਰਨੈਸ ਚ ਰਵਾਂਗੇ ਤਾਂ ਉਹ ਸੱਚੇ ਦਰਬਾਰ ਚ ਰਵਾਂਗੇ. Shouldn't it be this word? I mean, it could be this word, Bhupinder ji, awareness. ਰੱਬ ਜੀ ਦੀ awareness ਹੋਵੇ ਜਿੱਥੇ ਉਹਦਾ ਦਰਬਾਰ ਹੈ. Right? ਸਾਡੀ ਚੇਤਨਤਾ, cautiousness. It's awareness, and then I ask myself the question, am I aware? And if I'm not, then I've got to and continue doing it and continue doing it Right. and continue doing it. Correct. Awareness of being connected. ਜਿਸ ਤਰ੍ਹਾਂ ਅਸੀਂ ਆਪਣੇ ਫੋਨ 'ਚ ਦੇਖਦੇ ਹਾਂ, ਉਹ ਕਿੰਨੀਆਂ ਬਾਰਾਂ ਨੇ, ਆਵਾਜ਼ ਕਿਉਂ ਨਹੀਂ ਠੀਕ ਆ ਰਹੀ ਹੈ, ਬੰਚ ਕਿਉਂ ਕਰ ਰਹੀ ਹੈ ਆਵਾਜ਼, let me restart, let me analyze, find out, fault find, same thing. ਅਸੀਂ ਆਤਮਿਕ ਲੈਵਲ ਤੇ every time awareness 'ਚ ਹੋਣਾ ਚਾਹੀਦਾ ਹੈ. ਹਾਂਜੀ, anyone else other than ਹਰਕੇਵਲ ਜੀ, ਕਾਰ ਸਿੰਘ ਜੀ, ਹੀਨਾ ਜੀ, ਹਾਂਜੀ anyone? ਹਾਂਜੀ. ਗੁਰੂ ਸਾਹਿਬ ਕਹਿੰਦੇ ਵੀ ਤਨ ਮੈਂ ਮਨੁਆ ਮਨ ਮੈਂ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ। ਇਹ ਮਨੁੱਖ ਦੇ ਹਿਰਦੇ ਵਿੱਚ, ਘੱਟ ਦੇ ਵਿੱਚ
एक ऐसी अवस्था वा, एक ऐसी ਥਾਂ ਵਾ ਜਿੱਥੇ ਮਨੁੱਖ ਪਰਮਾਤਮਾ ਨੂੰ ਮਹਿਸੂਸ ਕਰਦਾ ਤੇ ਉੱਥੇ ਜਾ ਕੇ ਫਿਰ ਇਹਨੂੰ ਆਪਣੀਆਂ ਊਣਤਾਈਆਂ ਦਾ ਪਤਾ ਲੱਗਦਾ ਤੇ ਉੱਥੇ ਤਾਂ ਆਪਣੀਆਂ ਊਣਤੀਆਂ ਦੇਖਦਾ ਤੇ ਫਿਰ ਇਹ ਬੜਾ ਫਿਰ ਇਹਨੂੰ ਬੜੀ ਸ਼ਰਮ ਜਿਹੀ ਆਉਂਦੀ ਹੈ, ਛਿੱਥਾ ਜਿਹਾ ਪੈ ਜਾਂਦਾ। ਫਿਰ ਇਹ ਕਹਿੰਦਾ ਮੈਂ ਕੱਚਾ ਵਾਂ ਤੇ ਜੇ ਇਹਨੇ ਚੰਗਿਆਈ ਵਾਲਾ ਜੀਵਨ ਦਿੱਤਾ ਹੋਵੇ, ਉਪਕਾਰੀ ਹੋਵੇ, ਭਲਾ ਪੁਰਖ ਹੋਵੇ ਤੇ ਗੁਰੂ ਤੇ ਫੋਕਸ ਰੱਖਿਆ ਹੋਇਆ ਇਹਨੇ ਤੇ ਫਿਰ ਇਹ ਕਬੂਲ ਹੁੰਦਾ, ਫਿਰ ਇਹ ਕਹਿੰਦੀ ਇਹ ਪੱਕਾ ਵਾ। ਆਹ ਗੱਲ ਜਿਹੜੀ ਆ ਇਹ ਮਨੁੱਖ ਦੇ ਅੰਦਰ ਹੀ ਆ, ਪਰ this is like a feeling, someone can feel it. ਹਾਂਜੀ। Anything different, Harkeval ji, Veena ji, Ravdeep ji, Amarjit ji? Nothing? Same. Hanji. Yes, ਦਰਬਾਰ ਦੇਖੋ ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੋਣੀ ਹੈ। I wanted to hear someone say, ਪਰ I wasn't lucky enough. A domain of oneness, isn't it, Darbar? किन्ना रौला पाया? Am I right? It could be, Bhupinder ji. किन्ना सी रौला पाया? Oneness, I-ness, otherness, godlessness, godness, thoughtlessness. ਇਹ ਕਿੰਨੇ ਨਾਮ ਦਿੱਤੇ ਅਸੀਂ ਉਹ ਦਰਬਾਰ ਨੂੰ। You know, so ਤਿੱਥੇ ਸੋਹਣ ਪੰਚ ਪ੍ਰਵਾਨ, ਸੱਚਾ ਆਪ, ਸੱਚਾ ਦਰਬਾਰ। ਉਥੇ ਉਸ ਕਨੈਕਟੀਵਿਟੀ ਚ, ਉਸ ਸਟੇਟ ਆਫ ਮਾਈਂਡ ਚ ਉਹ ਸੱਚਾ ਹੈ। ਜਦੋਂ ਵੀ ਮੈਂ ਉਹਦੀ ਅਵੇਅਰਨੈਸ ਦੇ ਵਿੱਚ ਚਲਾ ਗਿਆ, ਜਦੋਂ ਵੀ ਮੈਂ ਉਹਦੇ ਨਾਲ ਕਨੈਕਟਡ ਫੀਲ ਕਰ ਰਿਹਾ, ਮੈਂ ਦਰਬਾਰ ਚ। ਤੇ ਇਸੇ ਨੂੰ ਪਾਤਸ਼ਾਹ ਨੇ ਪਹਿਲੀ ਸਟੇਜ ਅਵੇਅਰਨੈਸ ਦੀ, ਇੱਥੇ ਮੇਰਾ ਤਖਯੁਲ ਖੁੱਲ੍ਹਣਾ ਹੈ, ਖਿਆਲ ਰਹੇ ਮਾਲਕ ਇੱਥੇ ਤੱਕ ਲੈ ਕੇ ਆਏ ਨੇ ਮੈਨੂੰ। ਤੇ ਜੇ ਮੈਂ ਇਸੇ ਕਰਕੇ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਡਿਸਾਈਡ ਕੀਤਾ ਸੀਗਾ ਕਿ ਅਸੀਂ ਜੋ ਕੁਝ ਕੀਤਾ ਉਹਨੂੰ ਰਿਵਾਈਜ਼ ਕਰ ਲਈਏ, ਸਿਰਫ ਇਸ ਕਰਕੇ ਕਿ ਜੋ ਕੁਝ ਸਾਨੂੰ ਜੇ ਕਦੇ ਅਸੀਂ ਭੁੱਲਣ ਅੰਦਰ ਸਭ ਕੋ ਹੈ, ਅਸੀਂ ਕਦੇ ਭੁੱਲ ਗਏ ਹੋਈਏ ਤੇ ਅਸੀਂ ਉਹਨੂੰ ਰਿਵਾਈਵ ਕਰ ਲਈਏ, ਰਿਵਾਈਜ਼ ਕਰ ਲਈਏ। ਕਿਉਂਕਿ ਇੱਥੇ ਆ ਕੇ ਕ੍ਰੂਸ਼ਲ ਥਾਟ ਪ੍ਰੋਸੈਸ ਸ਼ੁਰੂ ਹੋ ਜਾਏਗਾ, ਹੋ ਗਿਆ। ਤੇ ਇਸੇ ਨੂੰ ਜੇ ਮੈਂ ਸਮਝ ਲਿਆ, ਇੰਬਾਈਬ ਕਰ ਲਿਆ, ਇਨਕਲਕੇਟ ਕਰ ਲਿਆ, ਤੇ ਮਾਨੋ ਮੈਂ ਧਰਮ ਖੰਡ ਦੇ ਵਿੱਚ ਹਾਂ। ਐਨੀ ਜੀ ਗੱਲ। ਹਾਂਜੀ, ਹੋਰ ਕੋਈ ਗੱਲ ਜੀ? I hope I'm clear enough and can be heard. Is Dharam Khand the end point or the journey? I took it as I have got to put in the effort, Dharam effort part of it compared to the other char Khand. This is the time when I've got to make the changes, I've got to have the realization, I must be in awareness. It's a process of me getting on to be in the next stage, which is Gyan Khand. So I understood this as being, am I doing the check and balance to see that I'm working towards Gyan Khand and then Dharam Khand until I reach Sach Khand? I think check and balance नहीं है,
ਟ੍ਰਾਇਲ ਬੈਲੈਂਸ ਨੂੰ ਤੁਸੀਂ ਭਾਸ਼ਾ 'ਚ ਕਹਿੰਦੇ ਹੋ ਆਪਣੀ ਅਕਾਊਂਟਿੰਗ 'ਚ, ਉਹ ਨਹੀਂ ਹੈ। ਜੇ ਇਹਨੂੰ ਮੈਂ ਅਵੇਅਰਨੈਸ ਦਾ ਚੈੱਕ ਐਂਡ ਬੈਲੈਂਸ ਮੰਨਾਂ ਤੇ ਫਿਰ ਇਸ ਤੋਂ ਪਹਿਲੇ ਸਾਰਾ ਕੁਝ ਕੀ ਹੈ? ਮੇਰੀ ਜਰਨੀ ਜਿਹੜੀ ਹੈ ਉਹ ਤੇ ਬੜੀ ਪਹਿਲੇ ਤੋਂ ਸ਼ੁਰੂ ਹੋ ਗਈ, ਜਦੋਂ ਮੈਂ ਇੱਕ ਦੇ ਨਾਲ ਜੁੜਿਆ, ਫਿਰ ਉਹਦੇ ਐਟਰੀਬਿਊਟਸ ਦੇਖੇ, ਫਿਰ ਮੈਂ ਉਹਨੂੰ ਇਹ ਸਮਝਿਆ ਕਿ ਸ਼ੁਰੂਆਤ ਤੋਂ ਸੱਚ ਹੈ। ਫਿਰ ਮੈਂ ਦੇਖਿਆ ਕਿ ਮੈਲ ਪ੍ਰੈਕਟਿਸਿਸ ਕਿੰਨੀਆਂ ਸੀਗੀਆਂ। ਫਿਰ ਮੈਂ ਦੇਖਿਆ ਕਿ ਹੁਕਮ ਦੇ ਵਿੱਚ ਮੈਂ ਕਿਵੇਂ ਰਹਿਣਾ ਹੈ। ਉੱਥੋਂ ਚੱਲਿਆ ਹੋਇਆ ਮੈਂ। ਇੱਥੇ ਆ ਕੇ ਤੇ ਮੈਂ ਆਪਣੀਆਂ ਐਫਰਮੇਸ਼ਨਸ ਤਿਆਰ ਕਰਨੀਆਂ ਨੇ ਕਿ ਜੇ ਮੈਨੂੰ ਕੁਝ ਵੀ ਸਾਰਾ ਕੁਝ ਭੁੱਲ ਜਾਏ, ਕੁਝ ਵੀ ਨਾ ਯਾਦ ਰਵੇ, ਤੇ this is another way of learning the whole process, whatever proceedings are. In this environment, I have to find out, or I have to locate, or I have to realize, or I have to recognize, or I have to accept all these words that he is there. And he is the one who watches my back. He is the one who watches my deed. ਇਸ ਲਈ ਮੈਂ ਪੜ੍ਹੀ ਵੀ ਜਾ ਰਿਹਾ, ਉਹ ਪਿੱਛੋਂ ਚੱਲਦਾ ਹੋਇਆ 33 ਪੌੜੀਆਂ ਮੈਂ ਚੜ੍ਹ ਕੇ ਆ ਗਿਆ, ਪਰ 33 ਪੌੜੀਆਂ ਦੇ ਵਿੱਚ ਮੇਰੀ ਪਕੜ ਤੇ ਵੱਧਦੀ ਜਾ ਰਹੀ ਹੈ। ਮਾਈ ਗ੍ਰਿਪ, ਮਾਈ ਅਟੈਚਮੈਂਟ ਟੂਵਰਡਸ ਗੋਡਲੈਸਨੈਸ। ਗੋਡਨੈਸ ਤੇ ਵੱਧ ਜਾਏ ਤੇ ਇਟਸ ਵੈਰੀ ਗੁੱਡ, ਬਿੰਗੋ, ਪਰ it is being happening towards godlessness. Should it be or shouldn't it be? I have to ask myself. ਫਿਰ ਇੱਥੋਂ ਮੇਰੀ ਜਿਹੜੀ ਜਿਸ ਤਰ੍ਹਾਂ ਸਟੀਪ ਚੜ੍ਹਾਈ ਹੁੰਦੀ ਹੈ ਨਾ, ਉਹ ਸ਼ੁਰੂ ਹੋ ਜਾਏਗੀ। And it's not a ਪੌੜੀ ਕਿ ਮੈਂ ਇਸ ਤੋਂ ਅਗਲੀ ਪੌੜੀ ਤੇ ਜਾਣਾ ਤੇ ਪਿਛਲੀ ਤੇ ਨਹੀਂ। No, not that. ਪੌੜੀਆਂ ਅਸੀਂ ਕਹਿੰਦੇ ਆ ਸਾਡੇ ਜਿਹੜੇ ਆ ਮਾਈਲਸਟੋਨਸ। ਜੇ ਮੈਂ ਉਹਨੂੰ ਪੌੜੀ ਬਣਾ ਲਾਂਗਾ ਲੈਡਰ, ਤੇ ਫਿਰ ਮੈਂ ਗਲਤ ਹੋ ਜਾਵਾਂਗਾ, ਕਿਉਂਕਿ ਮੈਂ ਪਹਿਲੀ ਪੌੜੀ ਤੇ ਚੜ੍ਹ ਆਇਆ, ਦੂਜੀ ਤੇ ਮੈਂ ਚੜ੍ਹ ਲਿਆ, 33 ਤੇ ਮੈਂ ਪੜ੍ਹ ਆਇਆ। ਸੋ ਹੁਣ ਤੇ ਮੇਰੀ ਅਵੇਅਰਨੈਸ ਅਗਲੀ ਹੋਣੀ ਚਾਹੀਦੀ ਹੈ। ਨਹੀਂ, ਕਭੂ ਜੀੜਾ ਉਪ ਚੜ੍ਹਤ ਹੈ, ਕਭੂ ਜਾਏ ਪयाले। Yes, it is a game of snake and ladders because a thought process is there. First thought आई, मैं 2 ਤੋਂ ਸਿੱਧਾ 92 ਤੇ snake and ladder ਤੇ ਪਹੁੰਚ ਗਿਆ, ਪਰ ਫਿਰ 98 ਤੇ I got stung ਤੇ ਮੈਂ ਫਿਰ 2 ਤੇ ਆ ਗਿਆ, but that's okay. Nothing to lose. Again, I would go up. So that's a process I must keep in mind. पर लोड है all the times awareness दी। Make sense जी? Yeah. हाँ जी। Anyone else? ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਨਦਰ ਕਰਮ ਪਵੇ ਨਿਸ਼ਾਨ, ਤੇ ਜਿਸ ਤੇ ਬਖਸ਼ਿਸ਼ ਹੋਏ ਤੇ ਉਸਦੇ ਮੱਥੇ ਤੇ ਨਿਸ਼ਾਨ ਡਜ਼ਨਟ ਮੀਨ ਮਾਈਨਸ ਪਲੱਸ, ਪਰ ਉਸ ਤੋਂ ਪਤਾ ਲੱਗ ਜਾਂਦਾ ਵੀ ਕੌਣ ਕੱਚਾ ਹੈ ਤੇ ਕੌਣ ਪੱਕਾ ਹੈ। ਇੱਥੇ ਕੱਚੇ ਦਾ ਮਤਲਬ ਮਨ ਜਿਸ ਤਰ੍ਹਾਂ ਲੱਗਿਆ ਜਿਸ ਤਰ੍ਹਾਂ ਕਰਮ ਕਾਂਡੀ, ਤੇ ਪੱਕੇ ਦਾ ਮਤਲਬ ਗਿਆਨ ਵਾਲਾ। ਹਾਂਜੀ, ਏਦਾਂ ਵੀ ਸਮਝ ਸਕਦੇ ਹਾਂ, ਇਹਨੂੰ ਅਸੀਂ ਏਦਾਂ ਵੀ ਸਮਝ ਸਕਦੇ ਹਾਂ ਕਿ ਨਦਰੀ ਕਰਮ ਪਵੈ ਨਿਸ਼ਾਨ, ਬਖਸ਼ਿਸ਼ ਦੇ ਅੰਡਰ ਰਹਿ, ਬਖਸ਼ਿਸ਼ ਦੇ ਡੋਮੇਨ ਦੇ ਵਿੱਚ ਜਿਹਨੇ ਕਰਮ ਕੀਤਾ ਹੈ, that means ਉਹ ਸੈਲਫਲੈਸ ਹੋਏਗਾ ਨਾ, ਹੋਣਾ ਚਾਹੀਦਾ ਹੈ ਨਾ। ਉਹ ਮੈਂ ਨਹੀਂ ਹੈ, ਹਉਮੈ ਬਗੈਰ ਹੈ, ਹਉਮੈ ਤੋਂ ਪਰੇ ਹੋ ਕੇ ਕੀਤਾ ਹੈ, ਤੇ ਜਿਹਨੇ ਹਉਮੈ ਤੋਂ ਪਰੇ ਹੋ ਕੇ ਕੀਤਾ ਹੈ ਉਹਨੇ ਕੁਝ ਖੱਟ ਲਿਆ, ਉਹਨੇ ਇਵੋਲਵ ਹੋਣਾ ਲਾਜ਼ਮ ਹੋਏਗਾ ਉਹਦਾ, ਕਿਉਂਕਿ ਮਾਲਕ ਦੇਖ ਰਿਹਾ। ਤੇ ਨਿਸ਼ਾਨੀ ਜਿਹੜੀ ਹੈ
ਉਹ ਕੋਈ ਪੁਆਇੰਟਿੰਗ ਆਊਟ ਨਹੀਂ, ਪੁਆਇੰਟਿੰਗ ਆਊਟ ਸਬਜੈਕਟ ਨਹੀਂ ਹੈ, ਉਹ ਐਕਸ਼ਨ ਨਹੀਂ ਹੈ, ਨਿਸ਼ਾਨੀ ਹੈ ਕਿ ਉਹ ਪਛਾਣਿਆ ਜਾਂਦਾ ਹੈ। ਕਿੱਦਾਂ ਪਛਾਣਿਆ ਜਾਂਦਾ? It must be मतलब ईगो नहीं होएगी उससे हाँ। ज्ञान होएगा ਆਪਣੇ ਬਿਹੇਵੀਅਰ ਤੋਂ ਨਾ, या behavior ਮੈਂ ਆਪਣੇ ਕਰਮਾਂ ਤੋਂ ਇੱਕ ਬਿਹੇਵੀਅਰ ਬਣਾ ਲਿਆ yeah ਤੇ ਮੈਨੂੰ ਉੱਥੋਂ ਪਛਾਣ ਹੋ ਜਾਏਗੀ। not ਤੇ कि ਜਦੋਂ ਅਸੀਂ पहरावे तो but ਹਾਂਜੀ ਹਾਂ, ਜਦੋਂ ਅਸੀਂ ਗੁਣਾਂ ਦੀ ਗੱਲ ਕੀਤੀ ਸੀ, yeah ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਉਹਦੇ ਵਿੱਚ ਅਸੀਂ ਇਹ ਸਮਝਿਆ ਸੀ ਕਿ ਸਤੋ ਗੁਣ ਸਾਰਿਆਂ ਤੋਂ ਖਤਰਨਾਕ ਹੈ, ਕਿਉਂਕਿ ਹੈਗਾ ਇਹ ਮਾਇਆ ਦਾ ਗੁਣ ਹੈ। ਕਰਮ ਸਾਰੇ ਮੈਂ ਰੱਬ ਵਾਲੇ ਕਰਨੇ ਨੇ, ਧਾਰਮਿਕ ਕਰਨੇ ਨੇ, ਪਰ ਜਾਂ ਮੈਂ ਹਉਮੈ ਦੇ ਵਿੱਚ ਰਹਿ ਕੇ ਕਰਨੇ ਨੇ, ਜਾਂ ਮੈਂ ਕਿਸੇ ਇੱਛਾ ਦੇ ਅਧੀਨ ਕਰਨੇ ਨੇ। ਜਦੋਂ ਮੈਂ ਹਉਮੈ ਤੇ ਇੱਛਾ ਦੇ ਵਿੱਚ ਸਤੋ ਗੁਣ ਧਾਰਮਿਕ ਕਰਮ ਕਰਦਾ ਤੇ ਮੇਰਾ ਉਹ ਜਿਹੜਾ ਮਾਇਆ ਦਾ ਕਰਮ ਬਣ ਜਾਂਦਾ ਹੈ। ਪਰ ਜਦੋਂ ਮੈਂ ਸੈਲਫਲੈਸ ਹੋ ਕੇ ਐਂਡ ਈਗੋਟਿਸਟਿਕ, ਨॉन ਈਗੋਟਿਸਟਿਕ ਹੋ ਕੇ ਗੱਲ ਕਰਾਂਗਾ ਰੱਬ ਜੀ ਦੀ, ਤੇ ਉਹ ਮੇਰਾ ਸਹਿਜ ਵਾਲਾ ਗੁਣ ਬਣ ਜਾਏਗਾ। 3 ਗੁਣ, ਚੌਥਾ ਸਹਿਜ, yeah ਹੈ ਨਾ। ਮੈਂ ਕਿਤੇ ਇਹ ਗੱਲ ਕੀਤੀ ਨਾ, ਮਤਲਬ ਧਰਮ ਖੰਡ ਤੇ ਕਰਮ ਖੰਡ ਤੇ ਸੱਚ ਖੰਡ ਤੇ ਸੱਚ, ਇਸ ਦਾ ਮਤਲਬ ਹੈ that's what they are talking, ਕਰਮ ਤੇ ਗਿਆਨ ਖੰਡ। ਜੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਕਿ ਧਰਮ ਦੀ ਸਮਝ ਆਈ, ਫਿਰ ਮੈਨੂੰ ਫਿਰ ਗਿਆਨ ਦੀ ਅਵਸਥਾ ਬਣਦੀ ਹੈ, ਅਵੇਅਰਨੈਸ ਹੈ, ਫਿਰ ਸ਼ਰਮ ਹੈ। ਦੇਖੋ ਗਿਆਨ ਤੋਂ ਬਾਅਦ ਮਿਹਨਤ ਸ਼ੁਰੂ ਹੁੰਦੀ ਹੈ। ਜਦੋਂ ਮੈਨੂੰ A ਫॉर ਐਪਲ ਆ ਗਿਆ, ਉਸ ਤੋਂ ਬਾਅਦ ਮੇਰੀ ਪੜ੍ਹਾਈ ਸ਼ੁਰੂ ਹੋਣੀ ਹੈ। ਹਾਲੇ ਤੱਕ ਤਾਂ ਮੈਂ ਬਲੌਕ ਬਿਲਡਿੰਗ ਹੀ ਕਰ ਰਿਹਾ, ਹੈ ਨਾ। ਫਿਰ ਬਖਸ਼ਿਸ਼ ਹੈ, ਬਖਸ਼ਿਸ਼ ਦੇ ਨਾਲ ਨਾਲ ਮਿਹਨਤ ਹੈ, ਐਂਡ ਦੈਨ ਸੱਚਖੰਡ ਹੈ। ਇਹ ਮੇਰੀਆਂ ਪੌੜੀਆਂ ਨੇ, ਇਹ ਮੇਰੀਆਂ ਸਟੇजेस ਨੇ, ਮੇਰੇ ਤਖayul ਨੇ, ਮੇਰੇ ਪਾਵਰਫੁਲ ਕਨੈਕਸ਼ਨਸ ਨੇ, ਜਿਹੜੇ ਕਿ ਮੈਂ ਆਪਣੇ ਈਗੋ ਐਂਡ ਵਿਜ਼ਵਿਜ਼ ਰੱਬ ਜੀ ਦੀ ਠੰਡ ਦੇ ਨਾਲ ਕਰਨੇ ਨੇ, ਹੈ ਨਾ। ਠੀਕ ਹੈ ਜੀ। ਹਾਂਜੀ। What else? ਜਿੱਥੇ ਹੋਲੀ ਲਾਈਨ ਜਿਹੜੀ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਸੋ ਤਿਸ ਵਿੱਚ ਕਾਮਾ ਧਰਤੀ ਥਾਪ ਰੱਖੀ ਧਰਮਸਾਲ, ਸੋ that's the ਧਰਮਸ਼ਾਲ, yeah ਧਰਤੀ ਨੂੰ ਧਰਮਸ਼ਾਲ। So if you read ਧਰਤੀ like ਜਿਹੜੀ ਹੈ, ਧਰਤੀ in the shape of ਧਰਮਸ਼ਾਲ, in the shape of ਧਰਤੀ, or ਧਰਤੀ as ਧਰਮਸ਼ਾਲ has been established in the environment, in the dunya, in the world। यही है ना। राती रूती तिथि वार पौन पानी अग्नि बताल, इस एनवायरनमेंट ਦੇ ਵਿੱਚ ਧਰਤੀ ਨੂੰ ਧਰਮ ਕਮਾਉਣ ਦੀ ਥਾਂ ਬਣਾਇਆ। ਈਗੋ ਕਮਾਉਣ ਦੀ ਥਾਂ ਨਹੀਂ, ਵੈਰ ਕਮਾਉਣ ਦੀ ਥਾਂ ਨਹੀਂ, ਐਟਸੈਟਰਾ ਐਟਸੈਟਰਾ ਐਟਸੈਟਰਾ। और जो धर्मशाल जड़ा word है, is it always Gurbani ji, is it like 2 words? Does it come in one is it one word, or is it separated like that in certain places? नहीं, it is generally 2 words। ਇੱਕ ਥਾਂ ਤੇ ਹੈਗਾ ਧਰਮਸ਼ਾਲ, ਧਰਮ ਤਤੇਨ ਤਦੇ ਦੇ ਪੈਰੀ ਬਿੰਦੀ ਪੈਰੀ ਰਾਰਾ ਹੈ, ਉੱਥੇ ਇਹ ਡਿਫਰੈਂਟ ਹੈ। other than that it's always like 2 separate words। ਧਰਮ ਐਂਡ ਧਰਮਸ਼ਾਲ ਜਦੋਂ ਅਸੀਂ ਇਹਨੂੰ ਦੇਖੀਏ ਤੇ ਜਦੋਂ ਧਰਮ ਵੀ ਮੁਕਤ ਹੈ ਤੇ ਸਾਲ ਵੀ ਮੁਕਤ ਹੈ। ਸੋ ਇੱਥੇ ਲੁਪਤ ਸੰਬੰਧਕ ਹੁੰਦਾ ਹੈ, ਹਿਡਨ ਪ੍ਰੈਪੋਜੀਸ਼ਨ, ਧਰਮ ਦੀ ਥਾਂ, ਧਰਮ ਕਮਾਉਣ ਦੀ ਥਾਂ, ਇਹ ਏਦਾਂ ਅਰਥ ਹੁੰਦੇ ਆ।
So Dharamshala likhange, that's also, is it written in two different मतलब दो letters हैं कि दो जी कि दो एक दो letters it is two because if you go see ਮਹਾਨ ਕੋਸ਼ ਜਿਸ ਤਰ੍ਹਾਂ ਅਸੀਂ ਪ੍ਰੈਸ ਕਰਕੇ ਤੇ ਫਟਾਫਟ ਚਲੇ ਜਾਂਦੇ ਆ ਉਥੇ ਤੁਹਾਨੂੰ no definition ਆਏਗੀ yeah but when you go to actual ਮਹਾਨ ਕੋਸ਼ then you would find these two words okay है ना हाँ जी बस करिए जी जी Okay. चलो मुंदावनी महला पंजवा थाल विच तिन वस्तु पईओ सत संतोख विचारो अमृत नाम ठाकुर का पयो जिसका सबसे आधारो जे को खावे जे को पुंचे तिसका हुए उधारो एह वस्त तजी ना जाई नित नित रख उरतारो तम संसार चरण लग तरिए सब नानक ब्रह्म पसारो श्लोक महला पंजवा तेरा कीता जातो नाही मैनो जोग की तोई मैं निर्गुण आरे को गुण नाही आपे तरस पयोई तरस पया मेरा मत होई सतगुर सज्जन मिलिया नानक नाम मिले तां जीवा तन मन थीवै हरिया तरस पया मेरा मत होई सतगुर सज्जन मिलिया नानक नाम मिले तां जीवा तन मन थीवै हरिया वाहिगुरू जी का खालसा वाहिगुरू जी की फतेह भुल्लां चुकां दी खिमा जी